ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਹਉ ਆਇਆ ਦੂਰੋਂ ਚਲ ਕੈ, ਮੈਂ ਤੱਕੀ ਤਉ ਸਰਣਾਏ ਜੀਉ। ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭ ਦੁੱਖ ਗਵਾਏ ਜੀਉ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਤੋ ਪੈ ਸੁਆਮੀ, ਮਾਨਸ ਕੀ ਗਾਤੇ ਹੀ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਸਾਹਿਬ ਜੀਉ, ਸੂਹੀ ਮਹੱਲਾ ਪੰਜਵਾ। ਅਨਿਕ ਬੀਂਗ ਦਾਸ ਕੀ ਪਰ ਹਰਿਆ, ਕਰ ਕਿਰਪਾ ਪ੍ਰਭ ਆਪਣਾ ਕਰਿਆ। ਅਨਿਕ ਬੀਂਗ ਦਾਸ ਕੀ ਪਰ ਹਰਿਆ, ਕਰ ਕਿਰਪਾ ਪ੍ਰਭ ਆਪਣਾ ਕਰਿਆ। ਤੁਮਹਿ ਛੁਡਾਇ ਲਿਓ ਜਨ ਆਪਣਾ, ਉਰਜ ਭਰਿਓ ਜਾਲ ਜਗ ਸੁਪਨਾ। ਰਹਾਉ ਪਰਬਤ ਦੁਖ ਮਹਾ ਵਿਕਰਾਲਾ, ਖਿਨ ਮਹਿ ਦੂਰ ਕੀਏ ਦਇਆਲਾ। ਸੋਗ ਰੋਗ ਬਿਪਤ ਅਤ ਭਾਰੀ, ਦੂਰ ਭਈ ਜਪ ਨਾਮ ਮੁਰਾਰੀ। ਦ੍ਰਿੜ ਦ੍ਰਿਸ਼ਟ ਧਾਰ ਲੀਨੋ ਲੜ ਲਾਏ, ਹਰ ਸਰਣ ਗਏ ਨਾਨਕ ਸਰਣਾਏ। ਦ੍ਰਿਸ਼ਟ ਧਾਰ ਲੀਨੋ ਲੜ ਲਾਏ, ਚਰਨ ਸਰਣ ਗਹੇ ਨਾਨਕ ਸਰਣਾਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਗੁਰੂ ਗਰੀਬ ਨਿਵਾਜ ਧੰਨ ਵਾਹਿਗੁਰੂ ਸਭਨਾਂ ਦੇ ਪਾਲਕ ਰੱਖਿਅਕ ਵਾਹਿਗੁਰੂ ਸਭਨਾਂ ਗੱਲਾਂ ਸਮਰੱਥ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਪਰਮ ਸਨਮਾਨ ਸਤਿਕਾਰਯੋਗ ਗੁਰੂ ਨਾਨਕ ਨਾਮ ਲੇਵਾ ਗੁਰੂ ਕੀ ਸਾਜੀ ਨਿਵਾਜੀ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸੰਭਾਲਣਾ ਕਰਦੇ ਹੋ। ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਸੇਵਾ ਸਿਮਰਨ ਕਰ ਸਤਿਗੁਰਾਂ ਦੇ ਦਰ ਨਤਮਸਤਕ ਹੋ ਆਪਣਾ ਮਨੁੱਖਾ ਜੀਵਨ ਸਫਲਾ ਬਣਾਉਣ ਦਾ ਸਫਲ ਯਤਨ ਕਰਦੇ ਹੋ। ਧੰਨ ਧੰਨਤਾ ਦੇ ਯੋਗ ਚਾਵਰ ਛਤਰ ਤਖਤ ਦੇ ਮਾਲਿਕ ਸਰਬ ਸਾਂਝੇ ਰਹਿਬਰ ਜਗਤ ਗੁਰੂ ਸ਼ਬਦ ਗੁਰੂ ਸਰਬ ਲੋਕਾਈ ਦੇ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲੇ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਦੀ ਬੇਅੰਤ ਕਿਰਪਾ ਦਾ ਸਦਕਾ ਸਾਨੂੰ ਇਸ ਵਡਮੁੱਲੇ ਸਮੇਂ ਦੀ ਮਹਾਨ ਅਪਾਰ ਬਖਸ਼ਿਸ਼ ਹੋਈ। ਆਓ ਗੁਰੂ ਕੀਆਂ ਬਖਸ਼ਿਸ਼ਾਂ ਰਹਿਮਤਾਂ ਦਾ ਲਈਏ ਲਾਹਾ, ਗੁਰੂ ਚਰਨਾਂ ਵਿੱਚ ਅਰਦਾਸ ਕਰੀਏ। ਆਪਣੀ ਮੁਬਾਰਕ ਰਸਨਾ ਪਵਿੱਤਰ ਕਰੀਏ, ਲਵਾਈਏ ਹਾਜ਼ਰੀ। ਦੂਰ ਨੇੜ ਬੈਠੇ ਸਮੂਹ ਗੁਰੂ ਪਿਆਰ ਵਾਲਿਓ, ਧਰੋ ਸਤਿਗੁਰਾਂ ਦੇ ਚਰਨਾਂ ਦਾ ਧਿਆਨ, ਕਰੋ ਆਪਣੀ ਮੁਬਾਰਕ ਰਸਨਾ ਪਵਿੱਤਰ। ਪ੍ਰੇਮ ਭਾਵ ਸਤਿਕਾਰ ਦੇ ਨਾਲ ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਦੇ ਪਾਵਨ ਪਵਿੱਤਰ ਅੰਗ 742 ਅੰਗ ਤੇ ਪਾਵਨ ਸ਼ਬਦ ਸੁਭਾਏਮਾਨ ਹਨ। ਗੁਰਬਾਣੀ ਪੜ੍ਹਨ ਸੁਣਨ ਵਿਚਾਰਨ ਵਾਲੇ ਗੁਰਮੁਖ ਜਨ, ਗੁਰਮੁਖ ਪਿਆਰੇ, ਪਾਵਨ ਅੰਗ ਨੋਟ ਕਰੋ। 742 ਅੰਗ ਪਾਵਨ ਰਾਗ ਸੂਹੀ ਰਾਗ ਦੇ ਵਿੱਚ ਇਹਨਾਂ ਪਾਵਨ ਪਵਿੱਤਰ ਸ਼ਬਦਾਂ ਨੂੰ ਉਚਾਰਨ ਕੀਤਾ ਹੈ। ਸ਼ਾਂਤੀ ਦੇ ਸੋਮੇ, ਸ਼ਹੀਦਾਂ ਦੇ ਸਰਤਾਜ, ਗੁਰਬਾਣੀ ਦੇ ਰਚਨਹਾਰ, ਤੱਤੀਆਂ ਤਵੀਆਂ ਤੇ ਅਡੋਲ ਬੈਠਣ ਵਾਲੇ ਪੰਚਮ ਪਿਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦਾ ਜੀਵਨ ਬਹੁਤ ਹੀ
ਸੰਘਰਸ਼ਮਈ ਰਿਹਾ ਅਤੇ ਆਪਣੇ ਇਸ ਸੰਘਰਸ਼ਮਈ ਜੀਵਨ ਦੇ ਵਿੱਚੋਂ ਸਤਿਗੁਰਾਂ ਨੇ ਬੇਅੰਤ ਤਰ੍ਹਾਂ ਦੀਆਂ ਮਹਿਕਾਂ ਵੰਡੀਆਂ। ਕਿਤੇ ਪਾਣੀ ਦੀ ਕਮੀ, ਸਤਿਗੁਰਾਂ ਨੇ ਖੂਹ ਦੀ ਸੇਵਾ ਕਰਵਾਈ। ਸੰਗਤ ਜੀ, ਜਦੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੂੰ ਗੁਰੂ ਸਾਹਿਬ ਨੇ ਲਾਹੌਰ ਵਿਆਹ ਭੇਜਿਆ ਸੀ ਆਪਣੇ ਪਿਛਲੇ ਪਿੰਡ, ਉਸ ਸਮੇਂ ਦਰਬਾਰ ਸਾਹਿਬ ਦੀ ਧਰਤੀ ਅੰਮ੍ਰਿਤਸਰ ਵਿਖੇ ਸਨ। ਸਤਿਗੁਰਾਂ ਨੇ ਪਹਿਲੇ ਪੁੱਤਰ ਨੂੰ, ਆਪਣੇ ਪ੍ਰਿਥੀ ਚੰਦ ਪੁੱਤਰ ਨੂੰ ਹੁਕਮ ਕੀਤਾ ਵੀ ਜਾ, ਤੇਰੇ ਤਾਇਆ ਜੀ ਦੇ ਪੋਤਰੇ ਦਾ ਵਿਆਹ ਹੈ ਅਤੇ ਤੂੰ ਉੱਥੇ ਜਾ ਕੇ ਕਾਰਜ ਸਵਾਰਨੇ ਹਨ। ਵੱਡਾ ਹੈ, ਸਮਝਦਾਰੀ ਹੈ, ਅਤੇ ਕਾਰਜ ਦੇ ਵਿੱਚ ਸ਼ਾਮਲ ਹੋਵੋ। ਸੰਗਤ ਜੀ, ਪ੍ਰਿਥੀ ਚੰਦ ਲੋਭੀ ਅਵਸਥਾ ਦਾ ਹੋਣ ਕਰਕੇ ਸੋਚਿਆ ਕਿਤੇ ਆਪਾਂ ਉੱਧਰ ਵਿਆਹ ਵਾਲੇ ਪਾਸੇ ਉਲਝ ਜੀਏ, ਮਗਰੋਂ ਇੱਥੇ ਗੁਰਤਾ ਗੱਦੀ ਦਾ ਮਾਲਕ ਗੁਰੂ ਅਰਜਨ ਦੇਵ ਨੂੰ ਨਾ ਬਣਾ ਦੇਣ, ਆਪਣੇ ਹੱਥੋਂ ਸਾਰਾ ਕੁਝ ਜਾਂਦਾ ਰਹੇ। ਹੁਣ ਤੇ ਸੰਗਤ ਦੇ ਚੜ੍ਹਾਵੇ ਵਿੱਚੋਂ ਕੁਝ ਨਾ ਕੁਝ ਬਚਾ ਜਾਂਦਾ, ਇਹ ਕਮਾਈ ਵੀ ਘਟ ਜਾਣੀ ਹੈ। ਇਸ ਕਰਕੇ ਸਤਿਗੁਰਾਂ ਨੂੰ ਕਿਸੇ ਮਿੱਠੇ ਢੰਗ ਨਾਲ ਜਵਾਬ ਦਿੱਤਾ ਜਾਏ, ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰੋ, ਇਹ ਕਾਰਜ ਮੇਰੇ ਤੋਂ ਨਹੀਂ ਹੋਣਾ, ਕਿਉਂਕਿ ਮੈਂ ਇੱਥੇ ਲੰਗਰ ਦੀ, ਸੰਗਤ ਦੀ ਆਵਾਜਾਈ ਨੂੰ ਦੇਖਦਾ, ਇਹਨਾਂ ਦੇ ਪ੍ਰਬੰਧ ਕਰਦਾ, ਲੰਗਰ ਦਾ ਸਾਰਾ ਜ਼ਿੰਮੇਦਾਰੀ ਮੇਰੀ ਹੈ, ਸਾਂਭ ਸੰਭਾਲ ਸਾਰਾ ਪ੍ਰਬੰਧ ਮੇਰੇ ਜ਼ਿੰਮੇ, ਅਤੇ ਮੈਥੋਂ ਬਿਨਾਂ ਇਹ ਕੋਈ ਦੂਸਰਾ ਕਰ ਵੀ ਨਹੀਂ ਸਕਦਾ, ਮੈਂ ਨਹੀਂ ਜਾਵਾਂਗਾ। ਸਤਿਗੁਰਾਂ ਨੇ ਦੂਸਰੇ ਪੁੱਤਰ ਮਹਾਦੇਵ ਨੂੰ ਕਿਹਾ, ਤੁਸੀਂ ਦੱਸੋ। ਕਹਿਣ ਲੱਗੇ, ਨਹੀਂ ਜੀ, ਅਸੀਂ ਇਹ ਦੁਨੀਆਦਾਰੀ ਤੋਂ ਕੁਛ ਨਹੀਂ ਲੈਣਾ, ਅਸੀਂ ਆਪਣੀ ਮੌਜ ਵਿੱਚ ਹਾਂ। ਤਾਂ ਸੰਗਤ ਜੀ, ਅਰਜਨ ਦੇਵ ਨੂੰ ਜਦੋਂ ਬੁਲਾਇਆ, ਹਾਂ ਅਰਜਨ ਜੀ ਤੁਸੀਂ ਦੱਸੋ, ਵਿਆਹ ਕਾਰਜ 'ਤੇ ਜਾਓਗੇ, 7 ਵਚਨ, ਤਾਂ ਵਚਨ ਨਾਲ ਇਹ ਵੀ ਹੈ, ਜਿੰਨਾ ਚਿਰ ਅਸੀਂ ਨਾ ਬੁਲਾਈਏ ਆਪ ਜੀ ਨੇ ਵਾਪਸ ਪਰਤ ਕੇ ਨਹੀਂ ਆਉਣਾ। 7 ਵਚਨ ਕਹਿ ਕੇ ਆਪਣੇ ਤਾਇਆ ਜੀ ਨਾਲ ਲਾਹੌਰ ਚਲੇ ਗਏ, ਜਿੱਥੇ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦਾ ਪ੍ਰਕਾਸ਼ ਅਸਥਾਨ ਸੀ ਨਾ, ਉਸ ਅਸਥਾਨ ਦੀ ਸੇਵਾ ਵੀ ਕਰਵਾਉਂਦੇ ਰਹੇ ਅਤੇ ਸੰਗਤਾਂ ਦੇ ਵਿੱਚ ਧਰਮ ਦਾ ਪ੍ਰਚਾਰ, ਗੁਰਮਤਿ ਦਾ ਪ੍ਰਚਾਰ ਵੀ ਕਰਦੇ ਰਹੇ। ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚੋਂ ਕੱਢ ਕੇ ਸਿੱਧੇ ਰਾਹੇ ਪਾਉਂਦੇ ਰਹੇ। ਲੋਕਾਂ ਦੇ ਮਨਾਂ ਦੇ ਵਿੱਚੋਂ ਭਰਮਗੜ੍ਹ ਤੋੜ ਕੇ ਉਸ ਪਰਮ ਪਿਤਾ ਪਰਮਾਤਮਾ ਦੇ ਪ੍ਰਤੀ ਪ੍ਰੇਮ ਜਗਾਉਂਦੇ ਰਹੇ। ਲੋੜਵੰਦਾਂ ਦਾ ਸਹਾਰਾ ਬਣੇ, ਦੁਖੀਆਂ ਦੀ ਮਦਦ ਕੀਤੀ। ਜਿੱਥੇ ਦਵਾਖਾਨਿਆਂ ਦੀ ਲੋੜ, ਉੱਥੇ ਦਵਾਖਾਨੇ, ਵੈਦ ਹਕੀਮਾਂ ਦੇ ਪ੍ਰਬੰਧ ਕਰਾਏ। ਜਿੱਥੇ ਪਾਣੀ ਦੀ ਲੋੜ, ਉੱਥੇ ਪਾਣੀ ਦੇ ਪ੍ਰਬੰਧ ਕਰਾਏ। ਜਿੱਥੇ ਤਲਾਵਾਂ ਦੀ ਲੋੜ, ਉੱਥੇ ਤਲਾਵਾਂ ਦੇ ਪ੍ਰਬੰਧ ਕਰਾਏ। ਧਰਮਸ਼ਾਲਾ ਦੇ ਪ੍ਰਬੰਧ ਕਰਾਏ। ਭਾਵ ਜਿੱਥੇ ਹਰ ਕੋਈ ਕਲਯੁਗੀ ਜੀਵ ਦਿਨੇ ਕਿਰਤ ਕਰਦਾ, ਸ਼ਾਮ ਨੂੰ 10 ਮਿੰਟ, 5 ਮਿੰਟ, ਘੜੀ 2 ਘੜੀ, ਜਿੰਨਾ ਕਿਸੇ ਕੋਲ ਸਮਾਂ ਹੈ, ਇੱਥੇ ਬੈਠੇ ਅਤੇ ਗੁਰੂ ਕੀ ਵਿਚਾਰ ਸੁਣੇ, ਸਤਸੰਗੀ ਬਣੇ। ਅੰਮ੍ਰਿਤ ਵੇਲੇ ਆਪਣੇ ਕੰਮ ਧੰਦੇ ਲੱਗਣ ਤੋਂ ਪਹਿਲਾਂ ਫਿਰ ਇਸੇ ਤਰ੍ਹਾਂ ਗੁਰੂ ਚਰਨਾਂ ਵਿੱਚ ਜੁੜੇ, ਆਪਣਾ ਧਿਆਨ ਧਰੇ। ਉਸ ਤੋਂ ਬਾਅਦ ਆਪਣੀ ਕਿਰਤ ਬਿਰਤ ਹੈ ਜਿਹੜੀ ਉਹ ਆਰੰਭ ਕਰੇ, ਅਤੇ ਕਿਰਤ ਬਿਰਤ ਕਰਦਿਆਂ ਵੀ ਪ੍ਰਮਾਤਮਾ ਦਾ ਨਾਮ ਧਿਆਉਂਦਾ ਰਹੇ। ਸਤਿਗੁਰੂ ਜੀ ਕਹਿੰਦੇ ਸੋਨੇ 'ਤੇ ਸੁਹਾਗੇ ਵਾਲਾ ਕੰਮ ਹੋ ਜਾਂਦਾ ਹੈ। ਜੇ ਬੰਦਾ ਕਿਰਤ ਕਰਨ ਤੋਂ ਪਹਿਲਾਂ ਵੀ ਪ੍ਰਮਾਤਮਾ ਦਾ ਸਿਮਰਨ ਕਰਦਾ ਨਾ, ਉਸ ਤੋਂ ਬਾਅਦ ਕਿਰਤ ਬਿਰਤ ਕਰਦਿਆਂ, ਆਪਣਾ ਕਰਮ ਕਰਦਿਆਂ ਵੀ ਵਾਹਿਗੁਰੂ 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 ਜਪਦਾ ਹੈ, ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਤਾਂ ਸਤਿਗੁਰੂ ਜੀ ਨੇ ਉੱਥੇ ਬੇਅੰਤ ਕਾਰਜ ਕਰਵਾਏ, ਪਰ ਇਸ ਪਾਸਿਓਂ ਕੋਈ ਵੀ ਬੁਲਾਵਾ, ਕੋਈ ਚਿੱਠੀ, ਕੋਈ ਪੱਤਰ ਨਹੀਂ ਗਿਆ। ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਵਿਆਕੁਲ ਹੋ ਗਏ, ਤਾਂ ਪਹਿਲੀ ਚਿੱਠੀ ਲਿਖ ਭੇਜੀ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੈ ਚਾਤ੍ਰਿਕੀ ਨਿਆਈ,
ਤਿਰਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ। ਪਿਆਰੇ ਜੀਓ, ਸਤਿਗੁਰੂ ਜੀ ਕਿਰਪਾ ਕਰੋ, ਮੇਰਾ ਤੇ ਹਾਲ ਬੁਰਾ ਹੈ। ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਰਹਿਣਾ ਬੜਾ ਔਖਾ ਹੈ। ਇੱਕ ਖਿਨ ਤਿਸ ਬਿਨ ਰਹਿ ਨਾ ਸਕਾ, ਨੀਰ ਵਹਿ ਵਹਿ ਚੱਲੈ ਜੀਓ। ਮੇਰੇ ਨੈਣਾ ਚੋਂ ਨੀਰ ਨਹੀਂ ਥੰਮ ਰਿਹਾ। ਇਹ ਚਿੱਠੀ ਸਿੱਖ ਦੇ ਰਾਹੀਂ ਭੇਜੀ ਤੇ ਪਿਰਥੀ ਚੰਦ ਦੇ ਹੱਥ ਲੱਗ ਗਈ। ਦੂਸਰੀ ਚਿੱਠੀ ਫੇਰ ਭੇਜੀ, ਉਹ ਵੀ ਪਿਰਥੀ ਚੰਦ ਦੇ ਹੱਥ ਲੱਗ ਗਈ। ਤੀਸਰੀ ਚਿੱਠੀ ਸਤਿਗੁਰਾਂ ਤੱਕ ਦ੍ਰਿੜਤਾ ਦੇ ਨਾਲ ਉਹ ਸਿੱਖ ਨੇ ਪਿਰਥੀ ਚੰਦ ਨੂੰ ਬਿਨਾਂ ਮਿਲੇ ਪਹੁੰਚਾ ਦਿੱਤੀ। ਉਹਦੇ ਉੱਪਰ ਅੰਕ 3 ਪਾਇਆ ਸੀ ਵੀ ਇਹ ਤੀਸਰੀ ਚਿੱਠੀ ਹੈ। ਮੇਰੀ ਆਪ ਜੀ ਨੇ ਇੱਕ ਚਿੱਠੀ ਦਾ ਵੀ ਜਵਾਬ ਨਹੀਂ ਦਿੱਤਾ। ਫਿਰ ਸਤਿਗੁਰਾਂ ਨੇ ਬਾਬੇ ਬੁੱਢਾ ਜੀ ਵਰਗੇ ਮਹਾਨ ਗੁਰਸਿੱਖਾਂ ਨੂੰ ਭੇਜਿਆ, ਬੁਲਾਇਆ ਅਤੇ ਇੱਥੇ ਯੋਗਤਾ ਪਰਖੀ ਵੀ ਵਾਕਈ ਗੁਰਤਾ ਗੱਦੀ 'ਤੇ ਬਹਿਣ ਵਾਲਾ ਕੌਣ ਹੈ। ਸਾਰੇ ਦੁਨਿਆਵੀ ਪਦਾਰਥਾਂ ਦੇ ਬੱਝੇ ਹੋਏ ਨੇ। ਇਹਨਾਂ ਨੂੰ ਦੁਨਿਆਵੀ ਤੌਰ 'ਤੇ ਕਿਸੇ ਚੀਜ਼ ਨਾਲ ਕੋਈ ਮੋਹ ਨਹੀਂ। ਜੇ ਮੋਹ ਹੈ ਤਾਂ ਕੇਵਲ ਪਰਮਾਤਮਾ ਦੇ ਸਿਮਰਨ ਦਾ, ਭਜਨ ਦਾ, ਬੰਦਗੀ ਦਾ। ਅਤੇ ਬਹੁਤ ਭਾਰੀ ਗੁਰੂ ਇਸ ਨੇ ਬਹੁਤ ਵੱਡੇ ਕਾਰਜ ਕਰਨੇ ਨੇ। ਇਹ ਗੱਲ ਗੁਰੂ ਅਮਰਦਾਸ ਜੀ ਵੀ ਜਾਣਦੇ ਸਨ ਅਤੇ ਇਹ ਗੱਲ ਗੁਰੂ ਰਾਮਦਾਸ ਵੀ ਜਾਣਦੇ ਸਨ। ਤਾਂ ਸੰਗਤ ਜੀ, ਗੁਰਤਾ ਗੱਦੀ ਦੇ ਦਿੱਤੀ ਗਈ ਅਤੇ ਸਤਿਗੁਰਾਂ ਤੋਂ ਫਿਰ ਚੌਥਾ ਵਚਨ ਵੀ ਲਿਖਵਾ ਕੇ ਗੁਰੂ ਗ੍ਰੰਥ ਸਾਹਿਬ ਵਿੱਚ 4 ਸ਼ਬਦ ਦਰਜ ਕਰ ਦਿੱਤੇ। ਸ਼ਬਦ ਹਜ਼ਾਰਿਆਂ ਦੀ ਬਾਣੀ ਵਿੱਚ 4 ਸ਼ਬਦ ਦਰਜ ਨੇ। ਹਾਂ, ਬਲ ਬਲ ਬਲਿਹਾਰ। ਸਤਿਗੁਰੂ ਕਹਿੰਦੇ ਅਸੀਂ ਬਲਿਹਾਰ ਜਾਂਦੇ ਹਾਂ ਐਸੇ ਵਿਸ਼ਾਲ ਹਿਰਦੇ ਤੋਂ, ਜਿਹੜਾ ਇੰਨੀ ਸ਼ਾਂਤੀ ਅਤੇ ਇੰਨੀ ਠੰਡਕ ਵਾਲਾ ਹੈ। ਬੜਾ ਆਪਣਿਆਂ ਨੇ ਵਿਰੋਧ ਕੀਤਾ, ਬੜੇ ਦੁੱਖ ਦਿੱਤੇ। ਆਪ ਜੀ ਨੇ ਪਹਿਲਾਂ ਵੀ ਸੁਣਿਆ ਵੀ ਪਿਰਥੀ ਚੰਦ ਨੇ ਕਈ ਵਾਰ ਚੜ੍ਹਾਈ ਕੀਤੀ ਅਤੇ ਕਰਵਾਈ, ਜ਼ਾਲਮ ਅਤੇ ਜ਼ੁਲਮ ਦਾ ਸਾਥ ਦਿੱਤਾ, ਆਪਣਿਆਂ ਨੂੰ ਮਰਵਾਉਣਾ ਚਾਹਿਆ। ਸਤਿਗੁਰਾਂ ਦੇ ਘਰ ਸਪੁੱਤਰ ਹੋਇਆ, ਗੁਰੂ ਕੀ ਬਡਾਲੀ ਵਿਖੇ ਮਗਰ ਦਾਈ ਭੇਜ ਦਿੱਤੀ। ਆਪਣੇ ਦੁੱਧ ਨੂੰ ਜ਼ਹਿਰ ਲਾ ਕੇ ਸਤਿਗੁਰਾਂ ਦੇ ਸਾਹਿਬਜ਼ਾਦੇ 6ਵੇਂ ਗੁਰੂ ਜੋ ਹੋਏ ਹਰਗੋਬਿੰਦ ਸਾਹਿਬ, ਉਹਨਾਂ ਨੂੰ ਆਪਣਾ ਦੁੱਧ ਪਿਲਾ ਕੇ ਮਾਰਨਾ ਚਾਹਿਆ। ਪਰ ਸਤਿਗੁਰਾਂ ਦੇ ਥੋੜ੍ਹੇ ਜਿਹੇ ਨਹੁੰ ਤਿੱਖੇ ਹੋਣ ਕਰਕੇ ਸਤਿਗੁਰਾਂ ਨੇ ਆਪਣੀ ਰਚਨਾ, ਆਪਣੀ ਵਿਧੀ ਬਣਾਈ ਅਤੇ ਉਸ ਦਾਈ ਦੇ ਥੋੜ੍ਹਾ ਜਿਹਾ ਨਹੁੰ ਵੱਜਿਆ। ਜ਼ਹਿਰ ਉਸ ਜ਼ਖਮ ਦੇ ਰਾਹੀਂ ਦਾਈ ਨੂੰ ਚੜ੍ਹ ਗਿਆ ਅਤੇ ਮੌਤ ਦਾਈ ਦੀ ਹੋ ਗਈ। 200 ਰਜਤ ਪਣ ਲੈ ਕੇ, ਭਾਵ ਬਹੁਤ ਸਾਰਾ ਧਨ ਲੈ ਕੇ ਇਹ ਕੰਮ ਕਰਨ ਵਾਸਤੇ ਦਾਈ ਰਾਜੀ ਹੋਈ ਸੀ ਵੀ ਮੈਂ ਉਸ ਨੂੰ ਮੌਤ ਦੀ ਘਾਟ ਉਤਾਰ ਕੇ ਬੜੀ ਆਰਾਮਦਾਰੀ ਨਾਲ ਆ ਜਾਵਾਂਗੀ। ਪਰ ਸੰਗਤ ਜੀ, ਸਮਰੱਥ ਗੁਰੂ ਹੈ ਜੋ, ਉਹਨੂੰ ਕੌਣ ਮਾਰੇ। ਜੋ ਸਭ ਨੂੰ ਜੀਵਨ ਦੇਣ ਵਾਲਾ ਹੈ, ਜਿਹਦਾ ਦਿੱਤਾ ਜੀਵਨ ਅੱਜ ਅਸੀਂ ਆਜ਼ਾਦੀ ਦੇ ਨਾਲ ਜਿਉ ਰਹੇ ਹਾਂ ਨਾ, ਸਭ ਕੁਝ ਆਪਣੀ ਮਰਜ਼ੀ ਦੇ ਨਾਲ ਕਰ ਰਹੇ ਹਾਂ, ਚੱਲ ਫਿਰ ਰਹੇ ਹਾਂ। ਕਦੇ ਇਸ ਤਰ੍ਹਾਂ ਦੀ ਆਜ਼ਾਦੀ ਸਾਡੇ ਕੋਲ ਨਹੀਂ ਸੀ। ਅਸੀਂ ਆਪਣੇ ਘਰਾਂ ਵਿੱਚ ਘੋੜੀਆਂ ਰੱਖਣ ਦੀ ਦੂਰ ਦੀ ਗੱਲ, ਘੋੜੀ ਵੱਲ ਅਸੀਂ ਵੇਖ ਵੀ ਨਹੀਂ ਸੀ ਸਕਦੇ। ਪੱਗ ਸਿਰ 'ਤੇ ਬੰਨ੍ਹਣੀ ਦੂਰ ਦੀ ਗੱਲ, ਪੱਗ ਦੇ 2 ਮੀਟਰ ਕੱਪੜੇ ਬਾਰੇ ਕਦੇ ਸੋਚ ਵੀ ਨਹੀਂ ਸੀ ਸਕਦੇ। ਇਸ ਤਰ੍ਹਾਂ ਦੇ ਹਾਲਾਤ ਬਣਾਏ ਹੋਏ ਸੀ ਸਮੇਂ ਦੀ ਹਕੂਮਤ ਨੇ। ਤੁਸੀਂ ਪੱਗ ਨਹੀਂ ਬੰਨ੍ਹ ਸਕੋਗੇ, ਤੁਸੀਂ ਆਪਣੇ ਘਰ ਵਿੱਚ ਕੋਈ ਸ਼ਹਿਨਾਈ ਨਹੀਂ ਵਜਾ ਸਕੋਗੇ, ਧੂਮ ਧਾਮ ਦੇ ਨਾਲ ਆਪਣੇ ਬੱਚਿਆਂ ਦਾ ਵਿਆਹ ਕਾਰਜ ਨਹੀਂ ਕਰ ਸਕੋਗੇ, ਜਿਹੜੇ ਹੁਣ 15-15 ਦਿਨ ਡੀਜੇ ਬੰਦ ਨਹੀਂ ਹੁੰਦੇ, ਢੋਲ ਵੱਜਦੇ ਨੇ। ਅਤੇ ਕਦੇ ਇਹ ਰਾਤਾਂ ਦਾ ਵਿਆਹ, ਜਿਵੇਂ ਅੱਜ ਵੀ ਕਈ ਲੋਕਾਂ ਨੇ ਰਸਮ ਬਣਾਈ ਹੋਈ ਆ, ਰਾਤ ਦਾ ਵਿਆਹ ਕਿਉਂ ਕੀਤਾ ਜਾਂਦਾ ਸੀ? ਕਿਉਂਕਿ ਦਿਨੇ ਜਦੋਂ ਵਿਆਹ ਹੁੰਦਾ ਅਤੇ ਆਪਣੀ ਧੀ ਨੂੰ ਕੋਈ ਤੋਰਦਾ, ਰਾਹ ਦੇ ਵਿੱਚ ਡੋਲਾ ਲੁੱਟ ਲਿਆ ਜਾਂਦਾ। ਅਤੇ ਜਿਹੜੀ ਇਹ ਬਰਾਤ ਦਾ ਸਿਸਟਮ ਬਣਿਆ ਹੋਇਆ, ਇਹ 20-50 ਬੰਦੇ ਨਾਲ ਕਿਉਂ? ਕਿਉਂਕਿ ਜੇ ਕਿਤੇ ਜ਼ਾਲਮ ਨੇ ਹਮਲਾ ਕਰ ਦਿੱਤਾ ਅਤੇ ਆਪਾਂ ਉਹਨਾਂ ਦਾ ਸਾਹਮਣਾ ਕਰ ਸਕੀਏ, ਉਸ ਡੋਲੇ ਨੂੰ ਬਚਾ ਸਕੀਏ। ਪਰ ਜੇ ਰਿਵਾਜ਼ ਬਣ ਗਿਆ ਜੀ ਸਾਡਾ ਤਾਂ ਬੰਦਾ ਹੀ 500 ਆਊਗਾ, ਕਾਹਦੇ ਵਾਸਤੇ? ਪਤਾ ਲੱਗੇ ਵੀ ਇਹਨਾਂ ਦੀ ਦੂਰ ਤੱਕ ਵਰਤਣੀ ਹੈ, ਬਹੁਤ ਬੰਦਿਆਂ ਨਾਲ ਇਹਨਾਂ ਦੀ ਬੈਠਣੀ ਉੱਠਣੀ ਹੈ। ਉਦੋਂ ਮਜਬੂਰੀ ਸੀ ਨਾਲ 5-7 ਬੰਦੇ ਲੈ ਕੇ ਜਾਣੇ। ਸਰਵਾਲੇ ਦੀ ਰਿਵਾਜ਼ ਰਸਮ ਵੀ ਤਾਂ ਪੈਦਾ ਹੋਇਆ ਕਿ ਜੇ ਕਿਤੇ ਜੰਗ ਯੁੱਧ ਕਰਦਿਆਂ, ਡੋਲਾ ਲੁੱਟਦਿਆਂ ਲਾੜੇ ਨੇ ਆਪਣੀ ਜਾਨ ਗਵਾ ਦਿੱਤੀ, ਆਪਣੇ ਵਧੂ, ਆਪਣੀ ਧਰਮ ਪਤਨੀ ਦੀ ਰੱਖਿਆ ਕਰਦਿਆਂ ਹੋਇਆਂ, ਅਤੇ ਸਰਵਾਲੇ ਦੇ ਲੜ ਲਾ ਦਿੱਤੀ ਜਾਏ।
ਅੱਜ ਤੇ ਸਰਵਾਲੇ ਵੀ ਰਿਸ਼ਤੇਦਾਰੀ ਇਹੋ ਜਿਹੀ ਚੁਣੀ ਜਾਂਦੀ ਹੈ, ਨਿੱਕੇ ਨਿੱਕੇ ਬੱਚਿਆਂ ਨੂੰ ਸਰਵਾਲਾ ਬਣਾ ਲਿਆ ਜਾਂਦਾ ਹੈ। ਅਤੇ ਸਰਵਾਲੇ ਦੀ ਜ਼ਿੰਮੇਵਾਰੀ ਇਹ ਹੋ ਜਾਂਦੀ ਸੀ ਵੀ ਜੀਵਨ ਜਿਉਂਦਿਆਂ ਕਿਤੇ ਵੀ ਕੋਈ ਕਾਰਨ ਬਣ ਕੇ ਇਹਦੀ ਮੌਤ ਹੋ ਜਾਏ ਅਤੇ ਬਾਅਦ ਵਿੱਚ ਇਹ ਪਰਿਵਾਰ ਤੈਨੂੰ ਸਮਾ ਦਿੱਤਾ ਜਾਏਗਾ। ਬਹੁਤ ਸਾਰੇ ਕਾਰਨ ਸੀ ਇਹਨਾਂ ਕਾਰਜਾਂ ਦੇ ਪਿੱਛੇ, ਪਰ ਜੇ ਰਸਮ ਬਣ ਕੇ ਰਹਿ ਗਏ ਅਤੇ ਅਸੀਂ ਇਹਨਾਂ ਰਸਮਾਂ ਦੇ ਵੱਜੇ ਹੋਏ ਰਸਮਾਂ 'ਤੇ ਨਿਭਾ ਰਹੇ ਹਾਂ, ਅਤੇ ਜਿੱਥੇ ਰਸਮਾਂ ਨਿਭਾ ਰਹੇ ਹਾਂ ਉੱਥੇ ਰੋਸੇ ਵੀ ਵੱਧਦੇ ਨੇ। ਰਹੋ ਵਿਚਾਰ, ਗੁਰੂ ਕਿਰਪਾ ਕਰੇ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੇ ਜੀਵਨ ਵਿੱਚ ਬੇਅੰਤ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ। ਬਹੁਤ ਵਾਰ ਸੂਲੀ ਖਾਨ ਵਰਗੇ ਚੜ੍ਹ ਕੇ ਆਏ, ਬੜੀ ਵਾਰ ਸਤਿਗੁਰਾਂ ਦਾ ਘਰ ਲੁੱਟਿਆ, ਬੜੀ ਵਾਰ ਸਤਿਗੁਰਾਂ ਦੇ ਉੱਪਰ ਅਟੈਕ ਕੀਤੇ, ਬੜੇ ਇਲਜ਼ਾਮ ਲਾਏ ਗਏ। ਦੁਸ਼ਮਣ ਦਾ ਸਾਥ ਆਪਣੇ ਹੀ ਵੱਡੇ ਭਰਾ ਨੇ ਦਿੱਤਾ, ਪਰ ਕਿਸੇ ਵੀ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਸ਼ਾਂਤੀ ਨੂੰ ਅਤੇ ਇਕਾਗਰਤਾ ਨੂੰ ਭੰਗ ਨਹੀਂ ਕਰ ਸਕੇ। ਤਾਂ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀ ਤਵੀ 'ਤੇ ਬਿਠਾ ਦਿੱਤਾ ਗਿਆ, ਦੇਗ ਵਿੱਚ ਉਬਾਲ ਦਿੱਤਾ ਗਿਆ, ਸੀਸ 'ਤੇ ਤੱਤੀ ਰੇਤ ਪਾ ਕੇ, ਤਾਂ ਸੰਗਤ ਜੀ ਬਹੁਤ ਤਰ੍ਹਾਂ ਉਹਨਾਂ ਨੂੰ ਕਲਪਾਇਆ, ਸਤਾਇਆ ਗਿਆ, ਪਰ ਫਿਰ ਵੀ ਤੇਰਾ ਭਾਣਾ ਮਿੱਠਾ ਲੱਗੈ, ਹਰਿ ਨਾਮ ਪਦਾਰਥ ਨਾਨਕ ਮੰਗੈ ਵਾਲੀ ਅਵਸਥਾ ਦੇ ਵਿੱਚ ਰਹੇ। ਤਾਂ ਸਤਿਗੁਰੂ ਜੀ ਨੇ 6ਵੇਂ ਜਾਮੇ ਦੇ ਵਿੱਚ ਆ ਕੇ ਫਿਰ ਮੀਰੀ ਅਤੇ ਪੀਰੀ ਨੂੰ ਜਨਮ ਦਿੱਤਾ। ਵੀ ਜੇ ਸਿੱਖੋ ਭਗਤੀ 'ਚ ਚੱਲ ਰਹੇ ਹੋ ਅਤੇ ਸ਼ਕਤੀ ਦੀ ਵੀ ਲੋੜ ਹੈ, ਤਾਕਤ ਵੀ ਚਾਹੀਦੀ ਹੈ ਤੁਹਾਡੇ ਵਿੱਚ। ਕੋਈ ਤੁਹਾਡੇ 'ਤੇ ਜ਼ੁਲਮ ਕਰੇ, ਤੁਸੀਂ ਜ਼ੁਲਮ ਸਹਾਰਦੇ ਰਹੋ, ਇਹ ਗੱਲ ਨਹੀਂ ਹੋ ਸਕਦੀ। ਤੁਸੀਂ ਜ਼ੁਲਮ ਦਾ ਡਟ ਕੇ ਮੁਕਾਬਲਾ ਕਰਿਓ। ਜ਼ੁਲਮ ਸਹਿਣਾ ਮਾੜਾ, ਜ਼ੁਲਮ ਕਰਨਾ ਮਾੜਾ, ਜ਼ੁਲਮ ਦੇਖਣਾ ਉਸ ਤੋਂ ਵੱਧ ਮਾੜਾ। ਕਿਸੇ 'ਤੇ ਜ਼ੁਲਮ ਹੋ ਰਿਹਾ, ਅਸੀਂ ਵੇਖ ਰਹੇ ਹਾਂ, ਤਾਂ ਸਮਝੋ ਸਾਡਾ ਜ਼ਮੀਰ ਸਾਡੇ ਨਾਲ ਨਹੀਂ, ਸਾਡੀ ਆਤਮਾ ਸਾਡੇ ਕੋਲ ਨਹੀਂ। ਤਾਂ ਗੁਰੂ ਸਾਹਿਬ ਜੋ ਅੱਜ ਦੇ ਪਾਵਨ ਪਵਿੱਤਰ ਹੁਕਮਨਾਮਿਆਂ ਵਿੱਚ ਸਮਝਾਉਂਦੇ ਨੇ, ਆਓ ਉਹਦੇ ਬਾਬਤ ਜਾਣੀਏ, ਸਮੇਂ ਦੇ ਦਾਇਰੇ ਵਿੱਚ ਰਹਿ ਕੇ ਸਮਾਪਤੀ ਕਰੀਏ। ਸੋ ਪਹਿਲਾਂ ਸਤਿਗੁਰਾਂ ਦੀ ਮੁੱਢਲੇ ਜੀਵਨ ਬਾਰੇ ਵਿਚਾਰ ਸੁਭਾਵਿਕ ਚੱਲ ਪੈਂਦੀ ਹੈ, ਕਿਉਂ ਗੁਰੂ ਸਾਹਿਬ ਬੇਅੰਤਤਾ ਦੇ ਮਾਲਕ ਹੈ, ਬੜਾ ਠੰਡਾ ਅਤੇ ਨਿੱਘਾ ਸੁਭਾਅ, ਅਤੇ ਬਹੁਤ ਵੱਡੀ ਕੁਰਬਾਨੀ ਲਾਸਾਨੀ ਸ਼ਹਾਦਤ ਹੈ ਸਤਿਗੁਰਾਂ ਦੀ। ਕੌਣ ਨਹੀਂ ਜਾਣਦਾ ਗੁਰੂ ਅਰਜਨ ਦੇਵ ਜੀ ਬਾਰੇ। ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਪਹਿਲੀ ਵਾਰ ਤੱਤੀ ਤਵੀ 'ਤੇ ਸਭ ਤੋਂ ਕਠਿਨ ਤਰੀਕੇ ਦੇ ਨਾਲ ਸ਼ਹਾਦਤ ਦੇ ਕੇ ਗਏ ਨੇ, ਇਸ ਤਰ੍ਹਾਂ ਦੀ ਸ਼ਹਾਦਤ ਸ਼ਾਇਦ ਅੱਜ ਦੇ ਸਮੇਂ ਵਿੱਚ ਦੇਣ ਵਾਲਾ ਕੋਈ ਨਹੀਂ। ਸਾਨੂੰ ਤਾਂ ਥੋੜ੍ਹਾ ਜਿਹਾ ਕਿਸੇ ਮ੍ਰਿਤਕ ਪ੍ਰਾਣੀ ਦੇ ਸੰਸਕਾਰ 'ਤੇ ਜਾਣਾ ਪੈ ਜੇ ਅਤੇ ਸੰਗਤ ਜੀ ਉਹਦਾ ਸੇਕ ਸਹਾਰਨਾ ਔਖਾ ਹੋ ਜਾਂਦਾ, ਦੂਰ ਦਰਾਡੇ ਜਾ ਕੇ ਖੜ੍ਹਦੇ ਹਾਂ। ਪਰ ਗੁਰੂ ਸਾਹਿਬ ਨੂੰ ਪੁੱਛਿਆ, ਤੱਤੀ ਤਵੀ 'ਤੇ ਬਹਿਣਾ, ਫੜੋ ਇਹਨੂੰ ਬਿਠਾਓ, ਕਹਿੰਦੇ ਨਹੀਂ, ਪਿੱਛੇ ਹੋ ਕੇ ਖੜ੍ਹ ਜਾਓ ਤੱਤੀ ਤਵੀ 'ਤੇ, ਅਸੀਂ ਆਪੇ ਬਹਿ ਜਾਣਾ। ਤੁਸੀਂ ਕੀ ਬਹਾਓਗੇ ਸਾਨੂੰ ਤੱਤੀ ਤਵੀ ਦੇ ਵਿੱਚ, ਅਸੀਂ ਆਪ ਬਹਿਣ ਲਈ ਕਾਹਲੇ ਆ। ਤੁਸੀਂ ਦੇਗ ਦੇ ਵਿੱਚ ਕੀ ਸਾਨੂੰ ਬਹਾਓਗੇ, ਅਸੀਂ ਆਪ ਬੈਠਣ ਵਾਸਤੇ ਆਏ ਹਾਂ। ਤੁਸੀਂ ਸਾਨੂੰ ਕੋਈ ਬੰਦੀ ਕੈਦੀ ਕਰਕੇ ਥੋੜ੍ਹਾ ਲੈ ਕੇ ਆਏ ਹੋ, ਤੁਸੀਂ ਸੱਦ ਭੇਜਿਆ, ਅਸੀਂ ਤੁਹਾਡੇ ਸੱਦ 'ਤੇ ਆਏ ਹਾਂ। ਹੁਣ ਜੋ ਤੁਸੀਂ ਸਾਡੇ ਵਾਸਤੇ ਤਿਆਰੀਆਂ ਕੀਤੀਆਂ ਸਾਰੀਆਂ ਸਾਨੂੰ ਪ੍ਰਵਾਨ ਹੈ, ਪਰ ਜੋ ਸੰਗਤ ਨੂੰ ਨਹੀਂ ਪ੍ਰਵਾਨ ਉਹ ਸਾਨੂੰ ਨਹੀਂ ਪ੍ਰਵਾਨ। ਚੰਦੂ ਤੇਰੀ ਧੀ ਦਾ ਰਿਸ਼ਤਾ ਨਹੀਂ ਲੈਣਾ। ਚੰਦੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਹਾਡੇ ਇਹਨਾਂ ਕੁਛ ਮਹਾਂਪੁਰਸ਼ ਜੋ ਅਖਵਾਉਂਦੇ ਨੇ, ਪਰ ਬਾਣੀ ਦੇ ਵਿੱਚੋਂ ਹੰਕਾਰ ਆਉਂਦਾ, ਬੋਲਾਂ ਦੇ ਵਿੱਚੋਂ ਹੰਕਾਰ ਦੀ ਬਦਬੂ ਆਉਂਦੀ ਹੈ। ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਦਰਜ ਹੋ ਸਕਦੀ। ਇਹ ਬਾਣੀ ਅਕਾਲ ਪੁਰਖ ਦੀ ਹੈ, ਮੇਰੇ ਆਪਣੀ ਮਰਜ਼ੀ ਦਾ ਕੰਮ ਨਹੀਂ। ਅਤੇ ਅਕਾਲ ਪੁਰਖ ਨੂੰ ਜੇ ਪ੍ਰਵਾਨ ਹੈ ਮੇਰੀ ਸ਼ਹਾਦਤ, ਮੇਰਾ ਸੰਸਾਰ ਤੋਂ ਜਾਣਾ, ਉਹਨੇ ਲਿਖਿਆ ਇਸ ਤਰ੍ਹਾਂ ਅਤੇ ਮੈਂ ਇਸੇ ਤਰ੍ਹਾਂ ਜਾਵਾਂਗਾ, ਕੋਈ ਟਾਲਣ ਵਾਲਾ ਨਹੀਂ ਜੰਮਿਆ। ਅਤੇ ਪਰ ਜਿਹਦੀ ਜਿਵੇਂ ਲਿਖੀ ਹੈ ਉਹ ਟਲਦੀ ਵੀ ਨਹੀਂ। ਜੇ ਗੁਰੂ ਅਰਜਨ ਦੇਵ ਜੀ ਮਹਾਰਾਜ ਚਾਹੁੰਦੇ ਤਾਂ ਕੀ ਨਹੀਂ ਕਰ ਸਕਦੇ ਸੀ। ਸਤਿਗੁਰੂ ਆਪਣੇ ਕਿਸੇ ਸਿੱਖ ਦੇ ਮੋਢੇ 'ਤੇ ਥਾਪੜਾ ਹੀ ਦੇ ਦਿੰਦੇ ਤਾਂ ਕੀ ਨਹੀਂ ਹੋ ਸਕਦਾ ਸੀ, ਸਭ ਕੁਝ ਹੋ ਜਾਂਦਾ। ਕੋਈ ਤੱਤੀ ਵਾਹ ਵੱਲ ਵੀ ਨਹੀਂ ਸੀ ਝਾਕ ਸਕਦਾ। ਪਰ ਸੰਗਤ ਜੀ ਗੁਰੂ ਸਾਹਿਬ ਨਹੀਂ ਸੀ ਚਾਹੁੰਦੇ ਇਸ ਤਰ੍ਹਾਂ ਦਾ ਖੂਨ ਖਰਾਬਾ। ਉਹ ਚਾਹੁੰਦੇ ਸੀ ਇਹ ਸ਼ਹਾਦਤਾਂ ਦਾ ਦੌਰ ਹੈ ਜਿਹੜਾ ਸ਼ੁਰੂ ਹੋਵੇ ਅਤੇ ਕੋਈ ਵੀ ਜਿੱਤਾ, ਜਿਹੜੀ ਸ਼ਾਂਤੀ ਦੇ ਨਾਲ, ਪ੍ਰੇਮ ਦੇ ਨਾਲ ਵੀ ਜੰਗ ਜਿੱਤੇ ਜਾ ਸਕਦੇ ਨੇ, ਸ਼ਹਾਦਤਾਂ ਦੇ ਕੇ ਵੀ ਜੰਗ ਜਿੱਤੇ ਜਾ ਸਕਦੇ ਨੇ।
ਤੇ ਪਰ ਛੇਵੇਂ ਪਾਤਸ਼ਾਹ ਨੇ ਸਾਰੀ ਬਾਜੀ ਪਲਟ ਦਿੱਤੀ, ਸਿੱਖਾਂ ਦੇ ਅੰਦਰ ਜਜ਼ਬਾ ਭਰ ਦਿੱਤਾ। ਤਾਂ ਰਹੋ ਵਿਚਾਰ ਸਤਿਗੁਰੂ ਜੀ ਫਰਮਾਉਂਦੇ ਨੇ, ਸੂਹੀ ਮਹੱਲਾ ਪੰਜਵਾ, ਅਨਿਕ ਵੀਂਗ ਦਾਸ ਕੇ ਪਰ ਹਰਿਆ। ਅਨਿਕ ਵੀਂਗ ਤੋਂ ਭਾਵ ਇਸ ਜੀਵਨ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਵਿੰਗ ਨੇ, ਬਹੁਤ ਸਾਰੀਆਂ ਜੀਵਨ ਦੇ ਵਿੱਚ ਕਮੀਆਂ ਨੇ, ਇਹਨਾਂ ਨੂੰ ਕਹਿੰਦੇ ਨੇ ਵਿੰਗ। ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਨਿੰਦਿਆ, ਚੁਗਲੀ ਹੈ, ਈਰਖ ਹੈ, ਦੁਆਇਸ਼ ਹੈ, ਹੋਰ ਪਤਾ ਨਹੀਂ ਕਿੰਨੀਆਂ ਖੁਨਾਮੀਆਂ ਜੀਵਨ ਦੇ ਵਿੱਚ। ਭੇਖ ਦਿਖਾਏ ਜਗਤ ਕੋ ਲੋਗਨ ਕੋ, ਬਸ ਕੀਨ ਵਰਗੀ ਅਵਸਥਾ ਵੀ ਬੜਾ ਗਿਆਨੀ ਬੜਾ ਪ੍ਰੇਮੀ, ਪਰ ਅੰਦਰੋਂ ਖੋਟਾ ਤੇ ਬਿਲਕੁਲ ਸਤਿਗੁਰੂ ਜੀ ਕਹਿੰਦੇ ਗਲਿਆ ਪਿਆ। ਹੁਣ ਬਾਹਰੋਂ ਤੁਮਾ ਚੰਗਾ ਲੱਗਦਾ, ਪਰ ਅੰਦਰੋਂ ਉਸ ਤੁਮੇ ਦੀ ਕੜੱਤਣ ਹੈ ਜਿਹੜੀ, ਉਹ ਕਿਸੇ ਨੂੰ ਵੀ ਚੰਗੀ ਨਹੀਂ ਲੱਗਦੀ, ਕੋਈ ਵੀ ਸਿੱਧਾ ਉਹਨੂੰ ਨਹੀਂ ਖਾਂਦਾ। ਤੇ ਉਸ ਦੇ ਬਾਬਤ ਸਤਿਗੁਰਾਂ ਨੇ ਉਦਾਹਰਣ ਦਿੱਤੇ, ਬਾਹਰ ਧੋਤੀ ਤੂਮੜੀ ਅੰਦਰ ਵਿਸ, ਨਿਕੋਰ ਅੰਦਰੋਂ ਤੇ ਜ਼ਹਿਰ ਦੇ ਨਾਲ ਭਰੇ ਪਏ ਆ। ਬਾਹਰ ਦਾ ਬਾਣਾ, ਬਾਹਰ ਦਾ ਪਹਿਰਾਵਾ ਕੀ ਕਰੇ। ਈਰਖਾ ਇੰਨੀ ਹੈ ਸਾਡੇ ਅੰਦਰ, ਹਰ ਵੇਲੇ ਕਿਸੇ ਨਾ ਕਿਸੇ ਦਾ ਬੁਰਾ ਚੱਲਦਾ ਰਹਿੰਦਾ। ਜੇ ਭਲਾ ਚਾਹੁੰਦੇ ਹੈ ਤੇ ਆਪਣਾ, ਬੁਰਾ ਹੋਵੇ ਤੇ ਦੂਸਰੇ ਦਾ, ਵਡਿਆਈ ਹੋਵੇ ਤੇ ਮੇਰੀ, ਚੁਗਲੀ ਨਿੰਦਿਆ ਹੋਵੇ ਤੇ ਦੂਸਰੇ ਦੀ, ਅਸੀਂ ਬੜੇ ਖੁਸ਼ ਹਾਂ। ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਇਹ ਜੀਵਨ ਬੰਦੇ ਦਾ ਅਨੇਕਾਂ ਵਿੰਗਾਂ ਦੇ ਨਾਲ, ਅਨੇਕਾਂ ਔਗਣਾਂ ਦੇ ਨਾਲ, ਵਿੰਗ ਤੋਂ ਭਾਵ ਅਨੇਕਾਂ ਔਗਣਾਂ ਦੇ ਨਾਲ ਭਰਿਆ ਪਿਆ। ਤੇ ਇੱਥੇ ਦਾਸ ਤੋਂ ਭਾਵ ਸਤਿਗੁਰੂ ਜੀ ਆਪਣੇ ਆਪ ਦਾ ਉਦਾਹਰਣ ਦਿੰਦੇ ਨੇ, ਕਹਿੰਦੇ ਅਨੇਕ ਵਿੰਗ ਦਾਸ ਕੇ ਪਰ ਹਰਿਆ। ਪਰਮਾਤਮਾ ਨੇ ਇਸ ਜੀਵਨ ਦੇ ਵਿੱਚੋਂ ਅਨੇਕਾਂ ਵਿੰਗ ਭਾਵ ਬਹੁਤ ਸਾਰੀਆਂ ਕਮੀਆਂ ਸੀ ਜਿਹੜੀਆਂ ਪਰ ਹਰ ਦਿੱਤੀਆਂ। ਗੁਰੂ ਸਾਹਿਬ ਨੇ ਕਿਰਪਾ ਕਰਕੇ ਉਹਨਾਂ ਬੁਰਾਈਆਂ ਦਾ ਨਾਸ਼ ਹੀ ਕਰ ਦਿੱਤਾ। ਜਿਨ੍ਹਾਂ ਬੁਰਾਈਆਂ ਨੇ ਜੀਵਨ ਦਾ ਨਾਸ਼ ਕਰਨਾ ਸੀ, ਗੁਰੂ ਦੇ ਪਰਮਾਤਮਾ ਦੇ ਲੜ ਲੱਗਿਆਂ ਉਹ ਬੁਰਾਈਆਂ ਦਾ ਹੀ ਨਾਸ਼ ਹੋ ਗਿਆ, ਜੀਵਨ ਹੀ ਬਦਲ ਗਿਆ। ਕਦੇ ਗਲਤ ਰਾਹ ਚੱਲਦੇ ਸੀ, ਅੱਜ ਗੁਰੂ ਨੇ ਬਾਂਹ ਫੜ ਲਈ ਤੇ ਉਹ ਰਾਹ ਛੱਡ ਦਿੱਤਾ। ਉਹ ਰਾਹ ਚੰਗਾ ਹੀ ਨਹੀਂ ਲੱਗਦਾ। ਕਦੇ ਚੰਗਾ ਲੱਗਦਾ ਸੀ ਵੀ ਇਹ ਰਾਹ ਜਾਏ ਬਿਨਾਂ ਨਹੀਂ ਸਰਨਾ, ਤੇ ਅੱਜ ਗੁਰੂ ਨੇ ਬਾਂਹ ਫੜੀ ਤੇ ਅੱਜ ਉਹ ਰਾਹ ਤੇ ਚੱਲਣ ਵਾਲੇ ਵੀ ਚੰਗੇ ਨਹੀਂ ਲੱਗਦੇ। ਹੁਣ ਕਿਸੇ ਗੁਰਮੁਖ ਪਿਆਰੇ ਦੇ ਘਰ ਪਹਿਲਾਂ ਰੋਜ਼ ਕਹਿ ਲਓ ਕੋਈ ਕੌੜਾ ਪਾਣੀ ਚੱਲਦਾ ਸੀ, ਅੱਜ ਉਹਨੇ ਗੁਰੂ ਦੀ ਗੱਲ ਸੁਣੀ ਤੇ ਆਪਣੇ ਜੀਵਨ ਵਿੱਚ ਗੁਰੂ ਨੂੰ ਥਾਂ ਦੇ ਦਿੱਤੀ, ਅੱਜ ਉਹਨੂੰ ਉਹ ਨਹੀਂ ਚੰਗਾ ਲੱਗਦਾ। ਉਹਦੇ ਕੋਲ ਫਿਰ ਉਸ ਤਰ੍ਹਾਂ ਦਾ ਰਿਸ਼ਤੇਦਾਰ ਵੀ ਨਹੀਂ ਆਏਗਾ। ਕਿਉਂ? ਉਹਨੇ ਆਪਣੀ ਸੇਵਾ ਤੇ ਨਹੀਂ ਕਰਨੀ, ਉਹਨੇ ਤੇ ਆਪਾਂ ਨੂੰ ਨਹੀਂ ਪੂਜਣਾ। ਇਸ ਤਰ੍ਹਾਂ ਦੀ ਆਪਣੀ ਮਨ ਮਨੌਤੀ ਨਹੀਂ ਹੋਣੀ ਜਿਹੜੀ ਪਹਿਲਾਂ ਹੁੰਦੀ ਸੀ, ਉਹਦੇ ਕੋਲ ਨਹੀਂ ਜਾਏਗਾ ਉਹ। ਕਿਉਂ? ਉਹ ਆਪਣਾ ਸੱਜਣ, ਆਪਣਾ ਸਾਥੀ, ਆਪਣੇ ਵਰਗਾ ਲੱਭੇਗਾ। ਉਹ ਗੁਰਮੁਖ ਦੀ ਸੰਗਤ ਨਹੀਂ ਕਰੇਗਾ, ਮਨਮੁਖ ਦੇ ਦਰ ਵੱਲ ਭੱਜੇਗਾ, ਮਨਮੁਖ ਨੂੰ ਲੱਭੇਗਾ ਵੀ ਕਿਤੇ ਮਿਲੇ, ਮਨ ਦੇ ਪਿੱਛੇ ਤੁਰਨ ਵਾਲਾ। ਪਰ ਗੁਰੂ ਸਾਹਿਬ ਕਹਿੰਦੇ ਤਿਆਗੈ ਮਨ ਕੀ ਮਤੜੀ। ਜਿਹੜਾ ਬੰਦਾ ਮਨ ਦੀ ਮੱਤ ਤਿਆਗ ਦੇਵੇ, ਗੁਰ ਕੀ ਮੱਤ ਤੂੰ ਲੈ ਆਨੇ। ਜਿਹੜਾ ਬੰਦਾ ਗੁਰੂ ਦੀ ਮੱਤ ਲੈ ਲਵੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਜਿਹੜਾ ਬੰਦਾ ਫਿਰ ਭਗਤੀ ਗੁਰੂ ਦੀ ਕਰੇ, ਪਰਮਾਤਮਾ ਦਾ ਧਿਆਨ ਧਰੇ, ਤੇ ਗੁਰੂ ਵੀ ਸਮਰੱਥ ਹੈ ਫਿਰ ਆਪਣੇ ਪਿਆਰੇ ਨੂੰ ਨਾ ਡਿੱਗਣ ਦਿੰਦਾ, ਨਾ ਡੋਲਣ ਦਿੰਦਾ ਹੈ, ਨਾ ਕਿਸੇ ਚੀਜ਼ ਦੀ ਕਮੀ ਤੋਟ ਆਉਣ ਦਿੰਦਾ ਹੈ। ਆਪਣੇ ਪਿਆਰੇ ਦੇ ਕਾਰਜ ਆਪ ਸਵਾਰਦਾ। ਆਖੋ ਸਤਿਨਾਮ ਸ੍ਰੀ। ਕਰ ਕਿਰਪਾ ਪ੍ਰਭ ਆਪਣਾ ਕਰਿਆ। ਜਦੋਂ ਗੁਰੂ ਸਾਹਿਬ ਨੇ ਆਪਣੀ ਮਿਹਰ ਕਿਰਪਾ ਕਰ ਦਿੱਤੀ ਉਸ ਗੁਰਮੁਖ ਪਿਆਰੇ ਤੇ, ਤਾਂ ਗੁਰੂ ਸਾਹਿਬ ਕਹਿੰਦੇ ਆਪਣਾ ਕਰਿਆ, ਅਪਣਾ ਲਿਆ, ਆਪਣੀ ਸ਼ਰਨ ਵਿੱਚ ਥਾਂ ਦੇ ਦਿੱਤੀ। ਹੁਣ ਜੀਵਨ ਦੇ ਵਿੱਚ ਵਿਕਾਰ ਨਹੀਂ ਰਹੇ। ਜਿਹੜੇ ਜੀਵਨ ਦੇ ਵਿੱਚ ਬਲ ਛਲ ਵਿੰਗ ਸੀ ਨਾ, ਉਹ ਨਹੀਂ ਰਹੇ, ਸਭ ਨਿਕਲ ਗਏ। ਕਿਉਂ? ਗੁਰੂ ਨੇ ਜਦੋਂ ਆਪਣਾ ਕਰਿਆ। ਤੇ ਜਿਹਨੂੰ ਗੁਰੂ ਆਪਣਾ ਬਣਾ ਲਏ ਤੇ ਉਹ ਸੰਗਤ ਜੀ ਕਦੇ ਵੀ ਫਿਰ ਉਕਾਈ ਨਹੀਂ ਖਾਂਦਾ, ਕਦੇ ਜੀਵਨ ਦੇ ਵਿੱਚ ਧੋਖਾ ਨਹੀਂ ਖਾਂਦਾ। ਉਹਨੂੰ ਵਿਵੇਕ ਮੱਤ ਆ ਜਾਂਦੀ ਹੈ। ਵਿਵੇਕ ਤੋਂ ਭਾਵ ਹੈ ਚੰਗੀ ਮੱਤ ਸੋਝੀ ਆ ਜਾਂਦੀ ਹੈ। ਗਿਆਨ ਦੇ ਲੜ ਲੱਗ ਕੇ ਉਹ ਗਿਆਨ ਵਾਲੇ ਕਰਮ ਹੀ ਕਰਦਾ, ਅਗਿਆਨਤਾ ਨੂੰ ਜੀਵਨ ਵਿੱਚੋਂ ਕੱਢ ਦਿੰਦਾ ਹੈ ਤੇ ਅਗਿਆਨਤਾ ਦਾ ਹਨੇਰਾ ਮਿਟ ਜਾਏ। ਇਸ ਕਰਕੇ ਗਿਆਨ ਦਾ ਦੀਪਕ ਜਗਾਉਣਾ ਜ਼ਰੂਰੀ ਹੈ।
ਪਰ ਕਬੀਰ ਸਾਹਿਬ ਕਹਿੰਦੇ ਇੱਥੇ ਤੇ ਸਭ ਕੁਝ ਉਲਟਾ ਹੋ ਰਿਹਾ ਹੈ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਕੀ ਕਰੇ ਤੁਹਾਡਾ ਸਤਿਗੁਰੂ। ਸਤਿਗੁਰੂ ਤੇ ਸੱਚਾ ਹੈ ਪਰ ਕਰੇ ਕੀ, ਜਿਉਂ ਸਿੱਖਾਂ ਮਹਿ ਚੂਕ। ਜਦੋਂ ਸਿੱਖਾਂ ਦੇ ਵਿੱਚੋਂ, ਗੁਰੂ ਦੇ ਚੇਲਿਆਂ ਦੇ ਵਿੱਚੋਂ ਹੀ ਕਮੀਆਂ ਨਹੀਂ ਜਾ ਰਹੀਆਂ, ਬੜੀਆਂ ਉਕਾਈਆਂ ਚੁੱਕਾਂ ਨੇ। ਕਿਉਂ? ਅੰਧੇ ਏਕ ਨਾ ਲੱਗਈ, ਅੰਨਿਆਂ ਵਾਲੇ ਅਗਿਆਨਤਾ ਦੇ ਹਨੇਰੇ ਵਿੱਚ ਤੁਰੇ ਫਿਰਦੇ ਆ। ਗੁਰੂ ਦੀ ਸੁਣ ਤੇ ਲੈਂਦੇ ਆ ਪਰ ਮੰਨਦੇ ਨਹੀਂ। ਗੁਰੂ ਫਿਰ ਕੀ ਕਰੇ ਉਹਨਾਂ ਦਾ। ਜੀਵਨ ਖੋਖਲਾ, ਜਿਉਂ ਬਾਂਸ ਵਜਾਈਐ ਫੂਕ। ਜਿਵੇਂ ਬਾਂਸ ਦੇ ਵਿੱਚ ਫੂਕ ਮਾਰਨ ਦਾ ਕੋਈ ਫਾਇਦਾ ਨਹੀਂ, ਇਸ ਤਰ੍ਹਾਂ ਗੁਰੂ ਸਾਹਿਬ ਵੀ ਕਹਿੰਦੇ, ਕਬੀਰ ਸਾਹਿਬ ਕਹਿੰਦੇ ਗੁਰੂ ਕੀ ਕਰੇ। ਜੇ ਚੇਲੇ, ਜੇ ਗੁਰੂ ਦੇ ਸਿੱਖ ਹੀ ਗੁਰੂ ਦੇ ਵਚਨ ਨੂੰ ਕਮਾਉਣ ਤੋਂ ਇਨਕਾਰੀ ਹੋ ਜਾਣ। ਗੁਰੂ ਦਾ ਹੁਕਮ ਤੇ ਇਹ ਹੈ, ਗੁਰ ਸਤਿਗੁਰ ਕਾ ਜੋ ਸਿੱਖ ਆਖਾਏ, ਸੋ ਭਲ ਕੇ ਉਠ ਹਰਿ ਨਾਮ ਧਿਆਵੈ। ਗੁਰੂ ਦਾ ਸਿੱਖ ਅਖਵਾਉਣ ਵਾਲਾ ਤੇ ਅੰਮ੍ਰਿਤ ਵੇਲੇ ਜਾਗੇ। ਇੱਕ ਪਹਿਰ ਰਾਤ ਰਹਿੰਦਿਆਂ ਜਾਗੇ ਤੇ ਆਪਣੇ ਗੁਰੂ ਪਰਮਾਤਮਾ ਦਾ ਧਿਆਨ ਧਰੇ, ਉੱਠਦਿਆਂ ਸਾਰ ਵਾਹਿਗੁਰੂ 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 ਵਾਹਿਗੁਰੂ। ਆਪਣੇ ਹੀ ਆਸਣ 'ਤੇ ਬਹਿ ਕੇ 5 ਮਿੰਟ ਪਹਿਲਾਂ ਸਮਾਂ ਗੁਜ਼ਾਰੇ, ਫਿਰ ਧਰਤੀ 'ਤੇ ਪੈਰ ਲਾਹੇ, ਫਿਰ ਸਤਿਗੁਰੂ ਜੀ ਕਹਿੰਦੇ ਆਪਣੇ ਦੂਸਰੇ ਕਰਮ ਸ਼ੁਰੂ ਕਰੇ, ਇਸ਼ਨਾਨ ਕਰੇ, ਅੰਮ੍ਰਿਤ ਸਰਣਾਵੈ। ਫਿਰ ਅੰਮ੍ਰਿਤਮਈ ਬਾਣੀ ਦਾ ਇਸ਼ਨਾਨ ਕਰੇ ਤਾਂ ਮਹਿਸੂਸ ਕਰੇ ਵੀ ਮੈਂ ਗੁਰੂ ਦੇ ਦਰ 'ਤੇ ਹੀ ਇਸ਼ਨਾਨ ਕਰ ਰਿਹਾ। ਅੰਮ੍ਰਿਤਮਈ ਬਾਣੀ ਦੇ ਵਿੱਚ ਟੁਬਕੀਆਂ ਲਾਉਣੀਆਂ, ਨਿਤਨੇਮ ਕਰਨਾ। ਚੜ੍ਹੈ ਦਿਵਸ ਗੁਰਬਾਣੀ ਗਾਵੈ, ਫਿਰ ਦਿਨ ਚੜ੍ਹੇ ਗੁਰਬਾਣੀ ਦਾ ਪਾਠ ਹੋਰ ਕਰੇ। ਉਸ ਤੋਂ ਬਾਅਦ 12 ਘੰਟੇ ਬਾਕੀ ਰਹਿ ਜਾਂਦੇ ਨੇ। ਜੇ ਬੰਦਾ 4 ਵਜੇ ਉੱਠਿਆ, 6 ਵਜੇ ਤੱਕ ਗੁਰੂ ਨਾਲ ਜੁੜਿਆ ਨਾ, ਤੇ ਸਾਰਾ ਦਿਨ ਬਾਦਸ਼ਾਹ ਵਾਂਗੂ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ, ਪਾਤਸ਼ਾਹ ਦਸਤਾਰ ਆਪਾਂ ਸਵੇਰੇ ਇੱਕ ਵਾਰ ਸਜਾਉਂਦੇ ਹਾਂ ਤੇ ਸਾਰਾ ਦਿਨ ਸਾਡੀ ਟੌਰ ਬਣਾ ਕੇ ਰੱਖਦੀ ਹੈ। ਕੋਈ ਮਿਲੀ ਜਾਵੇ ਸਾਰਾ ਦਿਨ, ਫਿਰ ਸਰਦਾਰ ਜੀ ਸਤਿ ਸ੍ਰੀ ਅਕਾਲ, ਸਰਦਾਰ ਜੀ ਕਿਵੇਂ ਹੋ, ਠੀਕ ਹੋ। ਬਾਣੀ ਦਾ ਵੀ ਪ੍ਰਤਾਪ ਐਸੀ ਗੱਲ ਨਹੀਂ, ਬਾਣੀ ਬੰਦੇ ਦੇ ਚਿਹਰੇ 'ਤੇ ਆ ਜਾਂਦੀ ਹੈ। ਜਿਹੜਾ ਬੰਦਾ ਬਾਣੀ ਪੜ੍ਹਦਾ, ਬਾਣੀ ਸੁਣਦਾ, ਸਤਸੰਗੀ ਹੈ, ਉਹਦੇ ਚਿਹਰੇ 'ਤੇ ਨੂਰ ਆਏਗਾ, ਬਾਣੀ ਪ੍ਰਗਟ ਹੋ ਜਾਂਦੀ ਹੈ। ਤੇ ਹੁਣ ਜਿਹੜਾ ਚਿਹਰਾ ਹੀ ਅੰਦਰੋਂ ਕਲਪਿਆ ਪਿਆ, ਨਾ ਬਾਣੀ ਦਾ ਅਸਰ ਨਾ ਬਾਣੇ ਦਾ ਅਸਰ। ਜਿਹੜੇ ਬੰਦੇ ਨੇ ਕਰਨੀ ਨਿੰਦਿਆ ਚੁਗਲੀ ਹੈ, ਈਰਖਾ, ਹਰ ਵੇਲੇ ਗੁੱਸੇ 'ਚ ਹੀ ਰਹਿਣਾ, ਮੇਰੇ ਵਾਂਗੂ ਦਿਖਾਵਾ ਹੀ ਕਰਨਾ ਵੀ ਬਾਬਾ ਬੜਾ ਵਧੀਆ, ਤੇ ਛੱਡਣੀ ਨਹੀਂ ਨਿੰਦਿਆ ਚੁਗਲੀ, ਛੱਡਣੇ ਨਹੀਂ ਵਿਕਾਰ, ਛੱਡਣੀਆਂ ਨਹੀਂ ਭੈੜੀਆਂ ਆਦਤਾਂ, ਫਿਰ ਬਾਣੀ ਚਿਹਰੇ 'ਤੇ ਕਿੱਥੋਂ ਆਉਣੀ ਹੈ। ਦੇਖਦੇ ਆ ਨਾ ਜਿਹੜੇ ਚੰਗੇ ਸੰਤ ਮਹਾਂਪੁਰਸ਼ ਨੇ, ਉਹਨਾਂ ਦੇ ਚਿਹਰੇ ਰੂੰ ਦੇ ਵਾਂਗ, ਉਹਨਾਂ ਦੇ ਚਿਹਰਿਆਂ ਦੀ ਚਮਕ ਦੇਖ ਕੇ ਭੁੱਖ ਲੈਂਦੀ ਹੈ, ਦੁੱਖ ਟੁੱਟਦੇ ਨੇ। ਕਿਉਂ? ਉਹਨਾਂ ਨੇ ਜੀਵਨ ਕਮਾਇਆ। ਧਨ ਨਹੀਂ ਕਮਾਉਂਦੇ, ਉਹ ਜੀਵਨ ਕਮਾਉਂਦੇ ਆ। ਧਨ ਤੇ ਆਪੇ ਤੁਰਿਆ ਆਉਂਦਾ ਹੈ। ਤਾਂ ਸੰਗਤ ਜੀ, ਗੁਰੂ ਸਾਹਿਬ ਇੱਥੇ ਸਮਝਾਉਂਦੇ ਨੇ, ਕਰ ਕਿਰਪਾ ਪ੍ਰਭ ਆਪਣਾ ਕਰਿਆ। ਜਦੋਂ ਗੁਰੂ ਕਿਰਪਾ ਕਰਦਾ ਹੈ, ਜਦੋਂ ਗੁਰੂ ਰਹਿਮਤ ਕਰਦਾ ਹੈ, ਫਿਰ ਪਾਪੀਆਂ ਨੂੰ, ਗੁਨਾਹਗਾਰਾਂ ਨੂੰ ਬਖਸ਼ ਲੈਂਦਾ ਹੈ। ਤੁਮੇ ਛਡਾਏ ਲਿਓ ਜਨ ਆਪਣਾ। ਧੰਨ ਸਤਿਗੁਰੂ ਜਦੋਂ ਕਿਰਪਾ ਕਰਦੇ ਨੇ, ਆਪਣੇ ਪਿਆਰੇ ਨੂੰ ਇਹਨਾਂ ਐਬਾਂ ਗੁਨਾਹਾਂ ਤੋਂ, ਭੈੜੇ ਕਰਮਾਂ ਤੋਂ ਛੁਡਾ ਲੈਂਦੇ ਨੇ। ਉਰਜ ਪਰਿਓ ਜਾਲ ਜਗ ਸੁਪਨਾ। ਤੂੰ ਉਲਝਿਆ ਪਿਆ ਸੀ, ਜਾਗਦਾ ਹੋਇਆ ਵੀ ਇਸ ਜੱਗ ਦੇ ਵਿੱਚ ਸੁਪਨੇ ਵੇਖਦਾ ਸੀ, ਮੇਰੇ ਕੋਲ ਆ ਵੀ ਹੋਵੇ, ਮੇਰੇ ਕੋਲ ਆ ਵੀ ਹੋਵੇ। ਪਰ ਅਸਲ ਦੇਖੇ ਸੁਪਨੇ ਸੱਚ ਨਹੀਂ ਹੁੰਦੇ। ਸੁਪਨੇ ਅਕਸਰ ਝੂਠੇ ਮੰਨੇ ਜਾਂਦੇ ਨੇ। ਗੁਰਬਾਣੀ ਨੇ ਗਵਾਹੀ ਭਰੀ, ਜੈਸਾ ਸੁਪਨਾ ਰੈਣ ਕਾ ਤੈਸਾ। ਇਹ ਸੰਸਾਰ ਵੀ ਸੁਪਨੇ ਦੀ ਨਿਆਈ ਹੈ। ਜੇ ਰਾਤ ਨੂੰ ਸੁਪਨੇ ਵਿੱਚ ਆਪਣੇ ਆਪ ਨੂੰ ਭਿਖਾਰੀ ਵੇਖਿਆ, ਉੱਠਣ ਵੇਲੇ ਭਿਖਾਰੀ ਤੇ ਨਹੀਂ ਹੁੰਦੇ ਅਸੀਂ। ਆਪਣੇ ਆਪ ਨੂੰ ਸੁਪਨੇ ਵਿੱਚ ਅਸੀਂ ਰਾਜੇ ਵੇਖ ਲਿਆ, ਤਕੜੇ ਹਸਤੀ ਵੇਖ ਲਿਆ, ਧਨ ਦੇ ਵਿਚਕਾਰ ਸੁੱਤੇ ਪਏ ਆ, 4 ਸਪੇਰੇ ਨੌਕਰ ਚਾਕਰ ਭੱਜੇ ਫਿਰਦੇ ਆ, ਦਿਨ ਚੜ੍ਹੇ ਸੁਪਨਾ ਟੁੱਟੇ। ਕੀ ਉਹ ਸੱਚ ਹੁੰਦਾ? ਉਹ ਸੁਪਨਾ ਜਿਹਨੇ ਧਾਰ ਲਿਆ ਵੀ ਮੈਂ ਸੱਚ ਕਰਕੇ ਹਟਾਂਗਾ, ਮਿਹਨਤ ਕਰਾਂ, ਤੇ ਉਹ ਸੁਪਨੇ ਸੱਚ ਕਰ ਜਾਂਦੇ ਨੇ। ਪਰ ਸੰਗਤ ਜੀ, ਅਸਲ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਇਹ ਜਗਤ ਵੀ ਸੁਪਨਾ। ਸੁਪਨਾ ਇਸ ਕਰਕੇ ਹੈ, ਅੱਜ ਤੂੰ ਹੈ,
ਕੱਲ੍ਹ ਨਹੀਂ ਹੋਏਗਾ। ਕਿਉਂ? ਫਰੀਦ ਸਾਹਿਬ ਨੇ ਕਹਿ ਦਿੱਤਾ, ਕਿੱਥੇ ਤੈਂਡੈ ਮਾਪਿਆਂ ਜਿਨੀ ਤੂੰ ਜਣਿਓਏ, ਓਏ ਤੈ ਪਾਸੋਂ ਲੱਦ ਗਏ ਤੂੰ ਅਜੇ ਨਾ ਪਤੀਣਿਓਏ। ਕਹਿੰਦੇ ਕਿੱਥੇ ਫਿਰਦਾ ਹੈ? ਗਾਫਲਤਾ ਦੇ ਵਿੱਚ ਸੁੱਤਾ ਪਿਆ। ਤੇਰੇ ਮਾਪੇ ਕਿੱਥੇ ਨੇ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ? ਉਹ ਨਹੀਂ ਰਹੇ ਤੇ ਰਹਿਣਾ ਤੂੰ ਵੀ ਨਹੀਂ। ਇਸ ਕਰਕੇ ਇਹ ਸਭ ਬਿਨਸਣ ਵਾਲਾ ਕੰਮ ਹੈ। ਇੱਥੇ ਸਦਾ ਦੀ ਰਿਹਾਇਸ਼ ਕਿਸੇ ਦੀ ਨਹੀਂ ਬਣੀ। ਇੱਥੇ ਪ੍ਰੇਮ ਤੇ ਭਾਵਨਾ ਦੇ ਨਾਲ ਰਹਿ, ਖੁਸ਼ੀਆਂ ਵੰਡ, ਖੇੜੇ ਵੰਡ, ਦੁੱਖ ਸੁੱਖ ਦੇ ਵਿੱਚ ਦੂਸਰਿਆਂ ਦੇ ਕੰਮ ਆਇਆ ਕਰ, ਤਾਂ ਤੇਰਾ ਜੀਵਨ ਗੁਰੂ ਨੂੰ ਚੰਗਾ ਲੱਗਣਾ ਹੈ। ਅਤੇ ਗੁਰੂ ਨੇ ਵੀ ਇਹੀ ਕਿਹਾ, ਦਸਵੰਧ ਉੱਥੇ ਦੇ, ਅਕਲੀ ਸਾਹਿਬ ਸੇਵੀਐ ਅਕਲੀ ਦੀਜੈ ਦਾਨ। ਅਕਲ ਦੇ ਨਾਲ ਦਾਨ ਦੇ, ਵੀ ਦਾਨ ਦੇਣ ਦੀ ਲੋੜ ਕਿੱਥੇ ਹੈ? ਗੁਰੂ ਲਈ ਦਸਵੰਧ ਕੱਢਦਾ ਅਤੇ ਗੁਰੂ ਲੋੜਵੰਦਾਂ ਵਾਸਤੇ ਹਦਾਇਤ ਕਰਦਾ। ਪਹਿਲਾਂ ਪੜੋਸ ਦੇ ਵਿੱਚ ਤੇਰੇ ਕੋਈ ਭੁੱਖਾ ਪਿਆ ਅਤੇ ਤੂੰ ਲੰਗਰ ਜਾ ਕੇ 10 ਪਿੰਡ ਦੂਰ ਲਾ ਰਿਹਾ। ਸਤਿਗੁਰੂ ਜੀ ਕਹਿੰਦੇ ਨਹੀਂ ਪ੍ਰਵਾਨ ਮੈਨੂੰ, ਪਹਿਲਾਂ ਘਰ ਦੇ ਬਾਹਰ ਜੋ ਭੁੱਖਾ ਹੈ ਉਹਨੂੰ ਰਜਾ, ਫਿਰ 10 ਮੀਲ ਵਾਲਾ ਲੰਗਰ ਤੇਰਾ ਕੰਮ ਕਰੇਗਾ। ਤਾਂ ਗੁਰੂ ਸਾਹਿਬ ਸਮਝਾਉਂਦੇ ਨੇ, ਗੁਰੂ ਮੱਤ ਬਖਸ਼ ਦਿੰਦਾ ਹੈ। ਧਿਆਨ ਹੈ ਜਿਹੜਾ ਗੁਰੂ ਦੇ ਵਚਨਾਂ ਕਰਕੇ ਗੁਰੂ ਚਰਨਾਂ ਵਿੱਚ ਜੁੜ ਜਾਂਦਾ ਬੰਦਾ, ਫਿਰ ਉਕਾਈ ਨਹੀਂ ਖਾਂਦਾ, ਧੋਖਾ ਨਹੀਂ ਖਾਂਦਾ, ਕਿਸੇ ਵੀ ਦਲਦਲ ਦੇ ਵਿੱਚ ਨਹੀਂ ਫਸਦਾ, ਨਾ ਵਹਿਮਾਂ ਦੀ ਨਾ ਭਰਮਾਂ ਦੀ। ਰਹਾਉ ਦਾ ਵਿਸਰਾਮ ਦੇ ਸਤਿਗੁਰੂ, ਪਰਬਤ ਦੋਖ ਮਹਾ ਵਿਕਰਾਲਾ। ਪਰਬਤ ਦੋਖ, ਪਰਬਤ ਦੋਖ ਤੋਂ ਭਾਵ ਪਰਬਤ ਪਹਾੜਾਂ ਜਿੱਡੇ ਜਿੱਡੇ ਦੁੱਖ ਲੱਗੇ ਹੋਏ ਸੀ। ਬਹੁਤ ਹੀ ਵੱਡੇ ਐਬ, ਵਿਕਰਾਲਾ ਭਾਵ ਡਰਾਉਂਦੇ ਸੀ। ਲੱਗਦਾ ਸੀ ਇਹਨਾਂ ਐਬਾਂ ਨੂੰ ਕਿਵੇਂ ਛੱਡਾਂਗੇ? ਜੇ ਮੈਂ ਇਹ ਐਬ ਛੱਡ ਦਿੱਤਾ, ਮੇਰੇ ਰਿਸ਼ਤੇ ਵੀ ਖਤਮ ਹੋ ਜਾਣਗੇ, ਮੇਰੀ ਮਿੱਤਰਤਾ ਵੀ ਖਤਮ ਹੋ ਜੂਗੀ, ਜਿਹੜੇ ਮੇਰੇ ਨਾਲ ਅੱਜ ਬਹਿੰਦੇ ਉਹ ਮੇਰਾ ਸਾਥ ਛੱਡ ਜਾਣਗੇ। ਬਹੁਤ ਵੱਡਾ ਡਰ ਸੀ। ਪਰ ਉਹ ਪਤਾ ਸੀ ਵੀ ਇਹ ਸੁੱਖਾਂ ਦੇ ਸਾਥੀ ਨੇ। ਸੁੱਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਕੋਈ ਵਿਰਲਾ ਦੁਖੀ ਦੇ ਨਾਲ ਖੜਦਾ, ਸੁੱਖਾਂ ਦੇ ਸਾਥੀ ਤੇ ਬੜੇ ਮਿਲ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਜਦੋਂ ਤੇਰੇ ਕੋਲ ਸੁੱਖ ਹੈ ਨਾ, ਉਦੋਂ ਨੇੜੇ ਹੋ ਬਹਿਣ ਵਾਲੇ ਬਥੇਰੇ ਮਿਲ ਜਾਣਗੇ, ਪਰ ਜਦੋਂ ਵਿਪਤ ਭਰੀ ਸਭ ਹੀ ਸੰਗ ਛਾੜਤ, ਜਦੋਂ ਵਿਪਤਾ ਕੋਈ ਦੁੱਖ ਪੈ ਗਿਆ ਨਾ, ਕੋਊ ਨਾ ਆਵਤ ਨੇਰਾ, ਉਦੋਂ ਕੋਈ ਨੇੜੇ ਨਹੀਂ। ਇਹ ਦੁਨੀਆ ਆਪਣੇ ਸੁੱਖਾਂ ਦੀ ਵੱਝੀ ਹੋਈ ਹੈ। ਕੋਈ ਵਿਰਲੇ ਨੇ ਜਿਹੜੇ ਦੁਖੀਆਂ ਦੇ ਨਾਲ ਖੜਦੇ ਨੇ, ਨਿਭਦੇ ਨੇ, ਨਹੀਂ ਤੇ ਦੂਸਰੇ ਦਾ ਦੁੱਖ ਅਗਲੇ ਨੂੰ ਡਰਾਮਾ ਲੱਗਦਾ ਵੀ ਇਹ ਤੇ ਡਰਾਮਾ ਹੋ ਰਿਹਾ। ਦੂਸਰੇ ਦੇ ਘਰ ਲੱਗੀ ਅੱਗ ਬਸੰਤਰ ਨਜ਼ਰ ਆਉਂਦੀ ਹੈ, ਆਪਣੇ ਲੱਗੀ ਹੋਵੇ ਫਿਰ ਪਤਾ ਲੱਗਦਾ ਵੀ ਇਹ ਅੱਗ ਹੈ, ਇਹਨੂੰ ਅੱਗ ਕਹਿੰਦੇ ਹੈ। ਤਾਂ ਸਤਿਗੁਰੂ ਜੀ ਕਹਿੰਦੇ ਪਰਬਤ ਦੁਖ ਮਹਾ ਵਿਕਰਾਲਾ। ਵਿਕਰਾਲਾ ਤੋਂ ਭਾਵ ਬਹੁਤ ਵੱਡੇ ਜੀਵਨ ਦੇ ਵਿੱਚ ਦੁੱਖ ਡਰਾ ਰਹੇ ਸੀ। ਖਿਨ ਮਹਿ ਦੂਰ ਕੀਏ ਦਇਆਲਾ। ਖਿਨ ਅੱਖ ਝਪਕਣ ਜਿਤਨਾ ਸਮਾਂ ਮਿਲਿਆ ਤੇ ਗੁਰੂ ਨੇ ਆਪਣੀ ਕਿਰਪਾ ਕਟਾਹਕ ਅਵਲੋਕਨ ਕੀਨੋ, ਦਾਸ ਕਾ ਦੁਖ ਵਿਦਾਰਿਓ। ਤੇ ਗੁਰੂ ਦੇ ਸਾਹਮਣੇ ਪਹਾੜ ਪਰਬਤ ਕਿੱਡੇ ਵੀ ਦੁੱਖ ਕਿਉਂ ਨਾ ਹੋਣ, ਬਹੁਤੇ ਵੱਡੇ ਨਹੀਂ, ਬਿਲਕੁਲ ਕਿਨਕਾ ਮਾਤਰ ਨੇ। ਗੁਰੂ ਨੇ ਕਿਰਪਾ ਕੀਤੀ, ਆਪਣੀ ਦਿਆਲਤਾ ਦਿਖਾਈ, ਆਪਣੇ ਪਿਆਰੇ ਤੇ ਆਪਣੀ ਕਿਰਪਾ ਕੀਤੀ ਤੇ ਸਾਰੇ ਦੁੱਖ ਇੱਕ ਖਿਨ ਭਾਵ ਅੱਖ ਝਪਕਣ ਤੇ ਕਿੰਨਾ ਸਮਾਂ ਲੱਗਦਾ ਹੈ। ਇੰਨੇ ਸਮੇਂ ਵਿੱਚ ਦੁੱਖ ਮਿਟਾ ਦਿੱਤੇ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਵਿਰਦ ਸੰਭਾਲੇ। ਤੇ ਜਿਸ ਗੁਰੂ ਸਾਹਿਬ ਕਹਿੰਦੇ ਜੇ ਤੂੰ ਮੇਰਾ ਹੋਏ ਰਹੋ ਸਭ ਜੱਗ ਤੇਰਾ ਹੋਏ। ਜੇ ਤੂੰ ਮੇਰਾ ਹੋ ਜਾਏ ਨਾ ਤੇ ਸਾਰਾ ਜੱਗ ਹੀ ਤੇਰਾ, ਜੋ ਚਾਹੇ ਤੈਨੂੰ ਮਿਲ ਜਾਏ। ਪਰ ਅਸਲ ਦੇ ਵਿੱਚ ਤੇਰਾ ਮਨ ਨਹੀਂ ਖੜਦਾ, ਤੇਰਾ ਕੋਈ ਟਿਕਾਣਾ ਨਹੀਂ। ਸਵੇਰੇ ਗੁਰਦੁਆਰੇ ਹੁੰਦਾ ਹੈ, ਦਿਨੇ ਕਿਸੇ ਬਾਬੇ ਦੀ ਚੌਂਕੀ 'ਤੇ ਹੁੰਦਾ ਹੈ, ਸ਼ਾਮ ਨੂੰ ਕਿਸੇ ਪੀਰ ਦੀ ਮਜ਼ਾਰ 'ਤੇ ਪ੍ਰਸ਼ਾਦ ਵੰਡਦਾ ਫਿਰਦਾ ਹੁੰਦਾ ਹੈ, ਰਾਤ ਨੂੰ ਕਿਸੇ ਜਗਰਾਤੇ 'ਤੇ ਹੁੰਦਾ ਹੈ, ਜਾਂ ਫਿਰ ਸੰਗਤ ਜੀ ਹੋਰ ਬਹੁਤ ਟਿਕਾਣੇ ਬਣੇ ਨੇ ਉਹੋ ਜਿਹੀਆਂ ਥਾਵਾਂ 'ਤੇ ਹੁੰਦਾ। ਫਿਰ ਗੁਰੂ ਕੀ ਕਰੇ? ਕਬੀਰ ਸਾਚਾ ਸਤਿਗੁਰ ਕਿਆ ਕਰੇ? ਗੁਰਬਾਣੀ ਕਹਿੰਦੀ ਹੈ ਜੀ ਮੈਂ ਕਹਿਣ ਦੀ ਸਮਰੱਥਾ ਨਹੀਂ ਰੱਖਦਾ। ਮੇਰੀ ਕੀ ਕਾਇਆ ਮੇਰੀ ਕੀ ਪਾਇਆ, ਮੈਂ ਕਿਸੇ ਨੂੰ ਕੁਛ ਕਹਿ ਦੇਵਾਂ। ਇਹ ਮੇਰੇ ਵਾਸਤੇ ਨਹੀਂ, ਆਪਣੇ ਪਿੰਡ ਵਾਸਤੇ ਨਹੀਂ, ਸਾਰੇ ਜਗਤ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਵਿਦੇਸ਼ਾਂ ਵਿੱਚ ਹੈ, ਸਾਰੇ ਗੁਰਬਾਣੀ ਪੜ੍ਹਦੇ ਆ, ਸਭ ਨੂੰ ਇਹ ਉਪਦੇਸ਼ ਹੈ। ਕੋਈ ਆਪਣੇ ਕੋਈ ਵੱਖਰਾ ਗੁਰੂ ਗ੍ਰੰਥ ਸਾਹਿਬ ਥੋੜ੍ਹਾ ਹੀ ਹੈ ਵੀ ਜਿਹੜਾ ਆਪਾਂ ਨੂੰ ਕਹਿ ਰਿਹਾ।
ਇਹ ਸਰਬ ਲੋਕਾਈ ਦਾ ਸਾਂਝਾ ਰਹਿਬਰ ਹੈ। ਸਰਬ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਮਨ ਨਾ ਕੋ, ਸਾਂਝਾ ਚਾਰੇ ਵਰਨਾਂ ਨੂੰ ਸਾਂਝਾ ਉਪਦੇਸ਼ ਦੇਣ ਵਾਲਾ। ਹੁਣ ਮੇਰੇ ਵਿੱਚ ਕਮੀ ਹੈ, ਮੈਨੂੰ ਇਹ ਗੱਲ ਦਾ ਮਾਣ ਹੋਇਆ ਵੀ ਮੈਂ ਤੇ ਕਥਾ ਕਰਦਾ, ਬਾਣੀ ਪੜ੍ਹਦਾ, ਅੱਧੀ ਰਾਤ ਉੱਠਦਾ, ਮੈਨੂੰ ਤੇ ਮੁਕਤੀ ਮਿਲੀ। ਪਰ ਜਿਸ ਦਿਨ ਕਬੀਰ ਸਾਹਿਬ ਦੇ ਇਹ ਬੋਲ ਪੜ੍ਹੇ, ਕਬੀਰ ਔਰਨ ਕੋ ਉਪਦੇਸ਼ ਤੇ ਮੁਖ ਮੈਂ ਪਰਹਿ ਰੇਤ। ਹੋਰਾਂ ਨੂੰ ਉਪਦੇਸ਼ਦਾ ਵੀ ਭਾਈ ਨਿਤਨੇਮ ਕਰੋ, ਬਾਣੀ ਪੜ੍ਹੋ, ਆਪਣੇ ਬੱਚਿਆਂ ਨੂੰ ਬਾਣੀ ਪੜ੍ਹਾਓ, ਤੇ ਪਰ ਆਪ ਬਾਣੀ ਤੋਂ ਹੀਣਾ, ਨਿਤਨੇਮ ਆਪਦਾ ਵੱਖਰਾ ਕਦੇ ਕਰਿਆ ਨਹੀਂ, ਆਪ ਕਦੇ ਸੇਵਾ ਨਹੀਂ ਕੀਤੀ, ਆਪ ਕਦੇ ਆਪਣੇ ਬੱਚਿਆਂ ਨੂੰ ਅੰਮ੍ਰਿਤ ਵੇਲੇ ਨਹੀਂ ਠਾਇਆ ਵੀ ਬਾਣੀ ਪੜ੍ਹੋ, ਚਲੋ ਜ਼ਰੂਰੀ ਹੈ ਤੁਹਾਡੇ ਵਾਸਤੇ, ਤੇ ਦੂਸਰਿਆਂ ਨੂੰ ਕਹਿੰਦਾ ਰਿਹਾ। ਉਸ ਦਿਨ ਮਨ ਨੂੰ ਸੱਟ ਲੱਗੀ ਵੀ ਹੈ, ਤੇ ਉਹ ਗੱਲ ਹੋਈ, ਆਪਣੇ ਮੂੰਹ 'ਚੋਂ ਰੇਤ ਕੱਢੀ, ਦੂਸਰੇ ਦੇ ਕੰਨ ਭਰਤੇ। ਔਰਨ ਕੋ ਉਪਦੇਸ਼ ਤੇ ਮੁਖ ਮੈਂ ਪਰਹਿ ਰੇਤ, ਰਾਸ ਬਿਰਾਨੀ ਰਾਖਤੇ ਖਾਇਆ ਘਰ ਕਾ ਖੇਤ। ਉਸ ਦਿਨ ਆਪਣੇ ਆਪ ਦੇ ਸੱਟ ਲੱਗੀ ਵੀ, ਤੂੰ ਕਰਦਾ ਕੀ ਫਿਰਦਾ? ਦੂਜਿਆਂ ਦੇ ਵਾਸਤੇ ਉਪਦੇਸ਼ਕ ਬਾਬਾ, ਤੇ ਆਪਣੇ ਘਰ ਵਾਸਤੇ ਉਹੀ ਦੁਨੀਆਦਾਰੀ ਵਾਲਾ ਢਾਂਚਾ। ਆਪਣਿਆਂ ਨੂੰ ਕੀ ਸਿੱਖਿਆ ਦਿੱਤੀ, ਆਪ ਕੀ ਕਮਾਇਆ ਬਾਣੀ ਪੜ੍ਹ ਕੇ? ਤਾਂ ਸੰਗਤ ਜੀ ਫਿਰ ਪਤਾ ਲੱਗਿਆ ਵੀ ਗੁਰੂ ਸਾਹਿਬ ਸਭ ਨੂੰ ਬਰਾਬਰ ਹੀ ਸਮਝ ਰੱਖਦੇ ਨੇ, ਕਿਸੇ ਨੂੰ ਆਪਣਾ ਨੇੜੇ ਵਾਲਾ ਨਹੀਂ ਸਮਝਦੇ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਵਣਿਆਈ। ਕਿਸੇ ਜਾਤ ਕਿਸੇ ਧਰਮ ਦਾ ਹੋਵੇ, ਗੁਰਬਾਣੀ ਸਭ ਨੂੰ ਸਾਂਝਾ ਉਪਦੇਸ਼ ਹੀ ਦਿੰਦੀ ਹੈ। ਤਾਂ ਸਤਿਗੁਰੂ ਜੀ ਅੱਗੇ ਸਮਝਾਉਂਦੇ ਨੇ, ਸੋਗ ਰੋਗ ਵਿਪਤ ਅਤ ਭਾਰੀ। ਹੁਣ ਕਿਸੇ ਗੁਰਮੁਖ ਪਿਆਰੇ ਤੇ ਸੋਗ ਤੇ ਰੋਗ ਦੋਨੇ ਆ ਜਾਣ, ਦੁੱਖ ਤਕਲੀਫਾਂ ਦੇ ਨਾਲ ਜੀਵਨ ਘਿਰ ਜਾਏ, ਕੋਈ ਰਾਹ ਨਾ ਦਿਖੇ। ਅਤ ਭਾਰੀ, ਅਤ ਤੋਂ ਭਾਵ ਬਹੁਤ ਹੀ ਭਿਆਨਕ, ਜਿਹਦਾ ਇਲਾਜ ਕੋਈ ਨਹੀਂ। ਹੁਣ ਅੱਤ ਹੋ ਗਈ, ਆਪਾਂ ਕਹਿੰਦੇ ਆ ਨਾ ਵੀ ਹੁਣ ਤੇ ਅੱਤ ਹੈ। ਜਾ ਕੋ ਮੁਸ਼ਕਲ ਅੱਤ ਬਣੈ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੀ। ਛੱਡ ਖਲੇ ਸਭੋ ਭੱਜੈ ਆਸਰਾ, ਚੁਕੈ ਸਭ ਅਸਰਾਓ, ਚਿੱਤ ਆਵੈ ਉਸ ਪਾਰਬ੍ਰਹਮ ਲੱਗੈ ਨਾ ਤੱਤੀ ਵਾਓ। ਜੇ ਪਰਮਾਤਮਾ ਚਿੱਤ ਆਉਂਦਾ, ਤੱਤੀ ਵਾਹ ਨਹੀਂ ਲੱਗਣ ਦਿੰਦਾ। ਪ੍ਰਹਿਲਾਦ ਨੂੰ ਤੱਤੇ ਥੰਮ ਨਾਲ ਜੱਫੀ ਪਵਾਈ ਜਾ ਰਹੀ ਹੈ, ਤੇ ਅੱਗੇ ਪਰਮਾਤਮਾ ਕੀੜੀ ਰੂਪ ਧਾਰ ਕੇ ਆ ਗਿਆ, ਤੱਤੇ ਥੰਮ ਨੂੰ ਜੱਫੀ ਪਾ ਲਈ, ਕੀ ਬਾਲ ਨਹੀਂ ਵਿੰਗਾ ਹੋਇਆ ਆਪਣੇ ਪਿਆਰੇ ਦਾ। ਤਾਂ ਸਤਿਗੁਰੂ ਜੀ ਵੀ ਕਹਿੰਦੇ ਇੱਥੇ ਅੱਤ ਭਾਰੀ ਬਿਪਤਾ ਬਣ ਜਾਏ, ਤੇ ਗੁਰੂ ਨੂੰ ਚੇਤੇ ਕਰੀ, ਦੂਰ ਪਈ ਜਪ ਨਾਮ ਮੁਰਾਰੀ। ਸਾਰੇ ਦੁੱਖ ਦੂਰ ਹੋ ਜਾਣੇ ਨੇ, ਤੇ ਉਸ ਮੁਰਾਰੀ ਭਾਵ ਮੁਰ ਆਰ, ਉਸ ਪਰਮ ਪਿਤਾ ਪਰਮਾਤਮਾ ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਉਸ ਦਾ ਧਿਆਨ ਧਰਿਆ ਕਰ। ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ, ਖਾਲਸੇ ਕਾ ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋਤਰੇ ਪਾਰ। ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਫਿਰ ਦੂਰ ਭਈ ਜਪ ਨਾਮ ਮੁਰਾਰੀ, ਸਾਰੇ ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ। ਗੁਰ ਚਰਣੀ ਮਨ ਲਾਗਾ, ਜੇ ਮਨ ਗੁਰੂ ਚਰਨਾਂ ਵਿੱਚ ਜੁੜ ਜਾਏ। ਦ੍ਰਿਸ਼ਟ ਧਾਰ ਲੀਨੋ ਲੜ ਲਾਏ, ਆਪਣੀ ਜਦੋਂ ਕਿਰਪਾ ਕਰ ਦਿੰਦਾ, ਦ੍ਰਿਸ਼ਟ ਧਾਰ, ਕਿਸੇ ਤੇ ਨਿਗਾਹ ਸਵੱਲੀ ਹੋ ਗਈ, ਤੇ ਉਹਨੂੰ ਆਪਣੇ ਚਰਨਾਂ ਨਾਲ ਜੋੜ ਲੈਂਦਾ। ਤੇ ਕਈ ਜਿਨ੍ਹਾਂ ਤੇ ਗੁਰੂ ਸਾਹਿਬ ਦੀ ਨਿਗਾਹ ਨਹੀਂ, ਕਿਰਪਾ ਨਹੀਂ, ਉਹ ਚਰਨਾਂ ਨਾਲ ਜੁੜੇ ਵੀ ਦੂਰ ਹੋ ਜਾਂਦੇ ਨੇ। ਇਹ ਵੀ ਗੱਲ ਹੈ, ਕੋਈ ਚਰਨਾਂ ਨਾਲ ਜੁੜਿਆ ਵੀ ਦੂਰ ਹੋ ਜਾਂਦਾ, ਫਿਰ ਉਹਨਾਂ ਦੀ ਹਾਲਤ ਕੀ ਹੁੰਦੀ ਹੈ? ਦਰ ਮੰਗਣ ਭਿੱਖ ਨਾ ਪਾਏਂਦਾ, ਫਿਰ ਦਰ ਤੇ ਨਾ ਦਰ ਦਰ ਜਾ ਕੇ ਜੇ ਭਿੱਖਿਆ ਵੀ ਮੰਗਣ, ਤੇ ਉਹਨਾਂ ਨੂੰ ਮੰਗੀ ਭਿੱਖਿਆ ਵੀ ਨਹੀਂ ਮਿਲਦੀ। ਇਹ ਵੀ ਗੱਲ ਹੈ, ਜੇ ਚੰਗੇ ਦੀ ਆਸ, ਚੰਗਾ ਕਰਕੇ ਚੰਗੇ ਦੀ ਆਸ, ਮਿਲਣ ਦੀ ਆਸ ਰੱਖਦੇ ਆ ਨਾ, ਤੇ ਮਾੜਾ ਕਰਕੇ ਵੀ ਫਿਰ ਝੋਲੀ ਤਿਆਰ ਹੀ ਰੱਖਣੀ ਚਾਹੀਦੀ ਹੈ। ਕਿਉਂ? ਜਿਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ। ਤਾਂ ਅੰਤਿਮ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਨੇ, ਹਰ ਚਰਨ ਗਏ ਨਾਨਕ ਸਰਨਾਏ, ਹਰ ਚਰਨ ਗਏ ਨਾਨਕ ਸਰਨਾਏ। ਗੁਰੂ ਦੇ ਪਿਆਰੇ ਗੁਰੂ ਦੇ ਚਰਨ ਫੜਦੇ ਨੇ। ਚਰਨ ਫੜ ਭਾਵ ਵਾਹਿਗੁਰੂ ਵਾਹਿਗੁਰੂ ਜਪਣਾ। ਅੱਜ ਦੇ ਸਮੇਂ ਵਿੱਚ ਚਰਨ ਕਿਵੇਂ ਫੜੇ ਜਾਣ? ਗੁਰੂ ਦੇ ਧਿਆਨ ਧਰਨਾ, ਗੁਰੂ ਚਰਨਾਂ ਦਾ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ, ਆਪਣੇ ਦਰਬਾਰ ਸਾਹਿਬ ਦਾ ਸੀਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਹਮਣੇ ਰੱਖਣਾ। ਦਰਬਾਰ ਸਾਹਿਬ ਅੰਮ੍ਰਿਤਸਰ ਦਾ
ਸੀਨ ਅੱਖਾਂ ਦੇ ਸਾਹਮਣੇ ਬਣਾਉਣਾ ਤੇ ਸਿਮਰਨ ਕਰਨਾ ਵਾਹਿਗੁਰੂ ਵਾਹਿਗੁਰੂ। ਇਹ ਆ ਗੁਰੂ ਦੇ ਚਰਨ ਪਰਸਣੇ। ਅੱਜ ਦੇ ਸਮੇਂ ਵਿੱਚ ਸੇਵਾ ਚੱਲ ਰਹੀ ਹੈ, ਉੱਥੋਂ ਦਾ ਧਿਆਨ ਧਰਨਾ ਤੇ ਵਾਹਿਗੁਰੂ ਵਾਹਿਗੁਰੂ ਕਰਨਾ, ਨਾਲ ਇਉਂ ਮਹਿਸੂਸ ਕਰਨਾ ਵੀ ਮੈਂ ਸੇਵਾ ਕਰ ਰਿਹਾ। ਕੋਈ ਬੰਦਾ ਬੈਠਿਆ ਵਿਦੇਸ਼ ਵਿੱਚ ਹੈ, ਰੋਜ਼ 1 ਘੰਟਾ 1.5 ਘੰਟਾ ਆਪਣੇ ਸਰੀਰ ਨੂੰ ਛੱਡ ਕੇ ਦਰਬਾਰ ਸਾਹਿਬ ਆ ਜਾਂਦਾ ਹੈ, ਜੋੜੇ ਸਾਫ਼ ਕਰਦਾ, ਦਰਸ਼ਨ ਕਰਦਾ ਗੁਰੂ ਸਾਹਿਬ ਦੇ, ਪਰ 1.5-2 ਘੰਟੇ ਵਾਰ ਨਹੀਂ ਖੁੱਲ੍ਹਦਾ। ਇੱਕ ਦਿਨ ਪਰਿਵਾਰ ਵਾਲਿਆਂ ਨੇ ਵਾਰ ਖੋਲ੍ਹ ਲਿਆ ਤੇ ਸਰੀਰ ਨੂੰ ਹੱਥ ਲਾਇਆ ਵੀ ਬੋਲਦਾ ਕਿਉਂ ਨਹੀਂ, ਫੋਨ ਬੜਾ ਵੱਜੀ ਜਾਂਦਾ ਤੇਰਾ। ਸਰੀਰ ਡਿੱਗ ਪਿਆ, ਘਰ ਵਿੱਚ ਕੁਰਲਾਟ ਮੱਚ ਗਈ ਵੀ ਇਹ ਤਾਂ ਹੈ ਹੀ ਨਹੀਂ। ਅਤੇ ਸੰਗਤ ਜੀ ਜਦੋਂ ਸਮਾਂ ਹੋਇਆ ਸੇਵਾ ਕਰਨ ਤੋਂ ਬਾਅਦ ਅਤੇ ਉਸੇ ਸਰੀਰ ਵਿੱਚ ਫਿਰ ਆਤਮਾ ਨੇ ਆ ਕੇ ਪ੍ਰਵੇਸ਼ ਕੀਤਾ, ਫਿਰ ਵਹਿ ਗਿਆ। ਫਿਰ ਘਰ-ਬਾਰ ਨੂੰ ਸਾਰਿਆਂ ਨੂੰ ਦੱਸਣਾ ਪਿਆ ਵੀ ਮੈਂ ਤਾਂ ਰੋਜ਼ ਇਸ ਤਰ੍ਹਾਂ ਵਿਗਾਸ ਦੇ ਵਿੱਚ ਪਹੁੰਚ ਗਿਆ। ਨਾਨਕ ਭਗਤਾ ਸਦਾ ਵਿਗਾਸ ਸੁਣਿਆ, ਦੁੱਖ ਪਾਪ ਕਾ ਨਾਸ। ਇਸ ਤਰ੍ਹਾਂ ਦਾ ਜੀਵਨ ਵੀ ਬਿਰਲਿਆਂ ਦਾ ਬਣਦਾ ਹੈ ਅਤੇ ਬਿਰਲੇ ਥੋੜ੍ਹੇ ਨੇ ਸੰਸਾਰ ਵਿੱਚ। ਸਾਡਾ ਤਾਂ ਗੁਰੂ ਘਰ ਆ ਕੇ ਮਨ ਨਹੀਂ ਲੱਗਦਾ, ਘਰ ਬੈਠਿਆਂ ਗੁਰੂ ਤੱਕ ਕਿੱਥੋਂ ਵਗ ਜਾਂਗੇ। ਗੁਰੂ ਸਾਹਿਬ ਕਿਰਪਾ ਕਰੇ, ਸਾਨੂੰ ਸੁਮੱਤ ਬਖਸ਼ੇ, ਅਸੀਂ ਬਾਣੇ ਬਾਣੀ ਦੇ ਧਾਰਨੀ ਬਣੀਏ, ਅੰਮ੍ਰਿਤ ਛਕੀਏ, ਸਿੰਘ ਸਜੀਏ, ਗੁਰੂ ਵਾਲੇ ਬਣੀਏ। ਸੋ ਅੱਜ ਦੇ ਪਾਵਨ ਪਵਿੱਤਰ 52 ਹੁਕਮਨਾਮਿਆਂ ਦੇ ਵਿੱਚੋਂ ਸਤਿਗੁਰਾਂ ਦਾ 8ਵਾਂ ਉਪਦੇਸ਼ ਹੈ ਜੀ, ਸ਼ਬਦ ਦਾ ਅਭਿਆਸ ਕਰਨਾ। ਹਰ ਇੱਕ ਗੁਰਸਿੱਖ ਸ਼ਬਦ ਦਾ ਅਭਿਆਸ ਕਰੇ, ਜੋ ਆਪਾਂ ਰੋਜ਼ ਕਰਦੇ ਹਾਂ। ਇਹ ਗੁਰੂ ਦਾ ਹੁਕਮ ਵਿਚਾਰਦੇ ਆ ਨਾ, ਇਹ ਗੁਰੂ ਸਾਹਿਬ ਦਾ ਹੁਕਮ ਹੀ ਹੈ, ਸ਼ਬਦ ਦਾ ਅਭਿਆਸ। ਭਾਵ ਗੁਰਬਾਣੀ ਨੂੰ ਪੜ੍ਹਨਾ, ਵਿਚਾਰਨਾ। ਇਹ ਨਹੀਂ ਵੀ ਗੁਰਬਾਣੀ ਪੜ੍ਹੀ ਅਤੇ ਪੰਨਾ ਅੱਗੇ, ਗੁਰਬਾਣੀ ਪੜ੍ਹੀ ਅਤੇ ਪੰਨਾ ਅੱਗੇ। ਭਾਵ ਇਸ ਤਰ੍ਹਾਂ ਜੇ ਬਾਣੀ ਪਾਠ ਕਰਾਉਣਾ ਉਹ ਗੱਲ ਵੱਖਰੀ ਹੈ, ਪਰ ਗੁਰੂ ਸਾਹਿਬ ਕਹਿੰਦੇ ਸ਼ਬਦ ਦਾ ਅਭਿਆਸ ਵੀ ਜ਼ਰੂਰੀ ਹੈ। ਜੋ ਪੜ੍ਹਿਆ ਉਹ ਜੀਵਨ ਵਿੱਚ ਕਮਾਓ ਵੀ। ਅਸੀਂ ਪੜ੍ਹਿਆ ਕੀ ਹੈ ਉਹ ਤੋਂ ਸਮਝ ਲਓ ਵੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀ ਕੀਤੀ ਹੈ, ਕੀ ਸਮਝਾਇਆ। ਸੋ ਇਸ ਤਰ੍ਹਾਂ ਜੀਵਨ ਦੇ ਵਿੱਚ ਜਦੋਂ ਪੜ੍ਹਾਂਗੇ ਇਹ ਸਮਝ ਆਏਗੀ। ਨਹੀਂ ਤਾਂ ਫਿਰ ਸਾਡਾ ਕੰਮ ਤਾਂ ਹੈ ਹੀ ਹੈ ਵੀ ਪੜ੍ਹ ਗੱਡੀ ਲੱਦੀ ਹੈ, ਪੜ੍ਹ ਰੋਜ਼ ਗੱਡੇ ਲੱਦ ਦਈਦੇ ਨੇ ਅਤੇ ਪੱਲੇ ਕੁਝ ਪੈਂਦਾ ਨਾ ਪੈਂਦਾ, ਇਹ ਗੱਲ ਨਾਲ ਕੀ ਮਤਲਬ ਹੈ। ਮਤਲਬ ਉਦੋਂ ਬਣਦਾ ਜਦੋਂ ਸੰਗਤ ਜੀ ਕੋਈ ਵਕਤ ਪੈਂਦਾ ਹੈ ਅਤੇ ਜਦੋਂ ਕੋਈ ਚੋਟ ਲੱਗਦੀ ਹੈ। ਅਸਲ ਦੇ ਵਿੱਚ ਬੰਦਾ ਉਦੋਂ ਹੀ ਫਿਰ ਦੁੱਖ ਨੂੰ ਸਮਝਦਾ, ਉਦੋਂ ਹੀ ਸਹੀ ਰਾਹ 'ਤੇ ਚੱਲਦਾ। ਜਿੰਨਾ ਚਿਰ ਚੋਟ ਨਾ ਲੱਗੇ ਨਾ, ਠੋਕਰ ਨਾ ਲੱਗੇ, ਉਹਨਾਂ ਚਿਰ ਬੰਦਾ ਰਾਹ ਵਿੱਚ ਜਾਂਦਾ ਬਹੁਤ ਸਾਰੇ ਲੱਛਣ ਕਰੇਗਾ, ਬਹੁਤ ਸਾਰੇ ਤਰੀਕਿਆਂ ਨਾਲ ਤੁਰੇਗਾ। ਕਦੇ ਅੱਖਾਂ ਬੰਦ ਕਰਕੇ ਦੇਖੂ, ਕਦੇ ਪਿੱਛੇ ਮੂੰਹ ਕਰਕੇ ਤੁਰੂ, ਕਦੇ ਕਿਵੇਂ ਅਤੇ ਜਦੋਂ ਲੱਗੀ ਠੋਕਰ ਅਤੇ ਦੰਦਾਂ ਨੂੰ ਲੱਗੇ ਸੱਟ, ਫਿਰ ਬੰਦਾ ਸਿੱਧਾ ਤੁਰਦਾ ਵੀ ਹੁਣ ਅੱਗੇ ਵਾਲੀ ਗੱਲ ਨਾ ਬਣ ਜੇ, ਕਿਤੇ ਸਹੀ ਤੁਰੀਏ। ਇਸੇ ਕਰਕੇ ਸ਼ਬਦ ਅਭਿਆਸ ਜ਼ਰੂਰੀ ਹੈ। ਗੁਰਸਿੱਖਾਂ ਦੇ ਘਰ ਵਿੱਚ ਗੁਰਬਾਣੀ ਪੋਥੀਆਂ ਗੁੱਟ ਕੇ ਹੋਣੇ, ਹਰ ਘਰ ਦੇ ਵਿੱਚ ਬਾਣੀ ਦਾ ਜਾਪ ਹੋਣਾ ਅਤਿਅੰਤ ਜ਼ਰੂਰੀ ਹੈ। 6 ਮਹੀਨੇ ਸਾਲ ਦੇ ਵਿੱਚ ਇੱਕ ਅੱਧ ਵਾਰ ਗੁਰੂ ਦੇ ਮੁਬਾਰਕ ਚਰਨ ਜ਼ਰੂਰ ਹਰ ਇੱਕ ਗੁਰਸਿੱਖ ਨੂੰ ਪਵਾਉਣੇ ਚਾਹੀਦੇ ਹੈ। ਚਾਹੇ ਉਹ ਸਹਿਜ ਪਾਠ ਕਰਵਾਵੇ ਕਰੇ ਜਾਂ ਸੁਖਮਨੀ ਸਾਹਿਬ ਦਾ ਪਾਠ ਕਰਾਵੇ ਕਰੇ, ਪਰ ਸਤਿਗੁਰਾਂ ਦੇ ਚਰਨ ਜ਼ਰੂਰ ਪਵਾਏ। ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ। ਰਾਮ ਰਾਜੇ, ਜਿਹੜੇ ਥਾਂ 'ਤੇ ਰੋਜ਼ ਰਹਿਣਾ ਉੱਥੇ ਗੁਰੂ ਨੂੰ ਵੀ 2 4 5 7 8 10 ਦਿਨਾਂ ਵਾਸਤੇ ਜਗ੍ਹਾ ਦੇ। ਗੁਰੂ ਤੇਰੇ ਘਰ ਬੈਠੇ ਆਪਣੇ ਮੁਬਾਰਕ ਚਰਨ ਪਾਵੇ ਅਤੇ ਤੇਰੇ ਘਰ ਦਾ ਭਲਾ ਹੋ ਜਾਏ। ਸੋ ਆਓ ਅਰਦਾਸ ਬੇਨਤੀ ਦਾ ਸਮਾਂ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਸੰਗਤ ਅਤੇ ਗੁਰੂ ਅਤੇ ਸੰਗਤ ਬਖਸ਼ਣ ਯੋਗ। ਸਤਨਾਮ ਸ੍ਰੀ ਵਾਹਿਗੁਰੂ ਜੀ। ਹਮ ਨਹੀਂ ਚੰਗੇ ਬੁਰਾ ਨਹੀਂ ਕੋਇ, ਪਰਣਵਤ ਨਾਨਕ ਤਾਰੇ ਸੋਏ। ਆਪ ਆਪਣੀ ਬੁੱਧ ਹਜੇਤੀ, ਵਰਣਤ ਭਿੰਨ ਭਿੰਨ